ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਅਸੀਂ ਵੱਡੀਆਂ ਖਬਰਾਂ ਦੇ ਉੱਤੇ ਕਿ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ। ਇੱਕ ਪਾਸੇ ਤਾਂ ਸਰਕਾਰ ਪੂਰੀ ਤਰ੍ਹਾਂ ਘਬਰਾਈ ਹੋਈ ਹੈ ਅੰਦੋਲਨ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਚਾਰੇ ਬੰਨੇ ਹੋ ਰਹੀਆਂ ਨੇ, ਉਹਦੇ ਵਿੱਚ ਡੀਏਪੀ ਖਾਦ ਦਾ ਮੁੱਦਾ ਜਿਹੜਾ ਹੈ ਉਹਨੂੰ ਲੈ ਕੇ ਕਿਸਾਨਾਂ ਦੇ ਵਿੱਚ ਨਿਰਾਸ਼ਾ, ਹੋਰ ਗੁੱਸਾ ਭੜਕਦਾ, ਰੋਸ ਹੋਰ ਵੱਧਦਾ ਹੈ ਇਸ ਗੱਲ ਨੂੰ ਲੈ ਕੇ ਕਿ ਸਾਨੂੰ ਲਾਈਨਾਂ ਵਿੱਚ ਲੱਗਣਾ ਪੈਂਦਾ, ਕਾਲਾ ਬਾਜ਼ਾਰੀ ਜ਼ੋਰਾਂ ਦੇ ਉੱਤੇ ਆ। ਮਸਲਾ ਇੱਕ ਪਾਸੇ ਤਾਂ ਅੰਦੋਲਨ ਚੱਲਿਆ ਹੋਇਆ ਤੇ ਦੂਜੇ ਪਾਸੇ ਕਿਸਾਨ ਡੀਏਪੀ ਖਾਦ ਨੂੰ ਲੈ ਕੇ ਮਾਰਾਮਾਰੀ ਬਣੀ ਹੋਈ ਹੈ, ਕਿਸਾਨਾਂ ਦੇ ਭਾਅ ਦੀ ਬਣੀ ਹੋਈ ਹੈ। ਇਹੋ ਜਿਹੀਆਂ ਖਬਰਾਂ ਆਖਿਰਕਾਰ ਕਾਰਨ ਕੀ ਹੈ, ਕਿਉਂ ਨਹੀਂ ਇਹਦਾ ਹੱਲ ਕੱਢਿਆ ਜਾ ਰਿਹਾ? ਦੂਜੇ ਪਾਸੇ ਵਰੁਣ ਗਾਂਧੀ ਹੋਰੀ ਇੱਕ ਵੀਡੀਓ ਜਿਹੜੀ ਹੈ ਉਹ ਟਵੀਟ ਕਰਦੇ ਨੇ, ਉਹਦੇ ਵਿੱਚ ਦਿਖਾ ਰਹੇ ਨੇ ਕਿ ਯੂਪੀ ਦੇ ਵਿੱਚ ਕਿਸਾਨਾਂ ਦਾ ਹਾਲ ਕੀ ਹੈ। ਝੋਨਾ ਵਿਕਣ ਤੇ ਨਹੀਂ ਆ ਰਿਹਾ, ਇਸ ਲਈ ਕਿਸਾਨਾਂ ਨੇ ਆਪਣੀ ਫਸਲ ਜਿਹੜੀ ਹੈ ਮੰਡੀ ਦੇ ਵਿੱਚ ਉਹਨੂੰ ਅੱਗ ਲਾ ਦਿੱਤੀ। ਵੀਡੀਓ ਇਸ ਗੱਲ ਦੀ ਗਵਾਹ ਆ ਕਿ ਸਰਕਾਰ ਨੂੰ ਥੋੜਾ ਵਿਚਾਰ ਕਰਨਾ ਚਾਹੀਦਾ ਹੈ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ। ਵਰੁਣ ਗਾਂਧੀ ਸੀਨੀਅਰ ਭਾਜਪਾ ਦੇ ਸੀਨੀਅਰ ਲੀਡਰ ਨੇ ਤੇ ਸੰਸਦ ਮੈਂਬਰ ਵੀ ਨੇ, ਇਸ ਲਈ ਉਹਨਾਂ ਦੀ ਟਿੱਪਣੀ ਕਾਫੀ ਅਹਿਮੀਅਤ ਰੱਖਦੀ ਆ। ਤੇ ਨਾਲੋਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਇਧਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਕਿਸਾਨਾਂ ਦੇ ਵਿੱਚ ਜਾ ਕੇ ਉੱਤੇ ਰੋਪੜ ਟੋਲ ਪਲਾਜ਼ਾ ਦੇ ਉੱਤੇ ਕਿਸਾਨਾਂ ਦੇ ਵਿੱਚ ਬਹਿ ਕੇ ਉਹਨਾਂ ਨੇ ਹਾਜ਼ਰੀ ਲਗਵਾਈ ਆ ਤੇ ਕਿਹਾ ਕਿ ਕਿਸਾਨਾਂ ਦੇ ਨਾਲ ਸਾਡੀ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਪਰ ਦੂਜੇ ਬੰਨੇ ਸਾਰੀ ਸਰਕਾਰ ਜਿਹੜੀ ਹੈ, ਮੰਤਰੀ ਜਿੰਨੇ, ਵਿਧਾਇਕ ਜਿੰਨੇ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਰਹੇ ਨੇ ਅਰੂਸਾ ਆਲਮ ਦੇ ਮਸਲੇ ਦੇ ਉੱਤੇ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਯੂ ਟਰਨ ਮਾਰ ਕੇ ਕਿ ਕੋਈ ਛਾਣਬੀਨ ਨਹੀਂ ਹੋਣੀ, ਮਸਲਾ ਹੋਰ ਹੈ, ਇਹ ਹੋਰ ਤਰੀਕੇ ਦੇ ਨਾਲ ਇਹਦੀ ਜਾਂਚ ਜਿਹੜੀ ਆ ਉਹ ਕੇਂਦਰ ਦੇ ਹੱਥਾਂ ਦੇ ਵਿੱਚ ਜਾਂ ਉਹ ਏਜੰਸੀਆਂ ਕਰ ਸਕਦੀਆਂ। ਕੈਪਟਨ ਸਾਹਿਬ ਵੀ ਉਧਰੋਂ ਕਹਿ ਗਏ ਕਿ 16 ਸਾਲ ਹੋ ਗਏ ਅਰੂਸਾ ਆਲਮ ਨੂੰ ਇੱਧਰ ਆਉਂਦੇ ਆ, ਅੱਜ ਤੁਹਾਨੂੰ ਸਿਆਸਤ ਚੇਤੇ ਆਉਂਦੀ ਹੈ। ਫੋਟੋਆਂ ਤੇ ਫੋਟੋਆਂ, ਤਸਵੀਰਾਂ ਵਾਇਰਲ ਹੋ ਰਹੀਆਂ ਕੱਲੇ ਕੱਲੇ ਕਾਂਗਰਸੀ ਦੇ ਨਾਲ। ਆਉਣ ਵਾਲੇ ਟਾਈਮ ਦੇ ਵਿੱਚ ਹੋਰ ਪਤਾ ਨਹੀਂ ਕਿਹਦੇ ਕਿਹਦੇ ਨਾਲ ਵਾਇਰਲ ਹੋਣਗੀਆਂ। ਤੇ ਨਾਲੋਂ ਨਾਲ ਅਸੀਂ ਚਰਚਾ ਇਸ ਸਭ ਦੇ ਉੱਤੇ ਕਰਦੇ ਹਾਂ। ਹੋਰ ਖਬਰ ਵੀ ਜਿਹੜੀ ਚਰਚਾ ਦੇ ਵਿੱਚ ਰਹੇਗੀ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਕਿਸ ਤਰ੍ਹਾਂ ਦੇਖੀਏ ਕਿ ਕਿਸਾਨੀ ਅੰਦੋਲਨ ਦੇ ਵਿੱਚ ਡੀਏਪੀ ਖਾਦ ਦਾ ਮੁੱਦਾ, ਕਿਸਾਨ ਇਨਸਾਫ ਮੰਗ ਰਹੇ ਨੇ ਤੇ ਇਹ ਡੀਏਪੀ ਖਾਦ ਦੇ ਮਸਲੇ ਦੇ ਵਿੱਚ ਸਰਕਾਰ ਕੋਈ ਹੱਥ ਫੜਾਉਣ ਨੂੰ ਤਿਆਰ ਨਹੀਂ। ਘਾਟ ਕਹਿੰਦੇ ਕੋਈ ਆਉਣ ਨਹੀਂ ਦੇਣੀ, ਪਰ ਕਿਸਾਨਾਂ ਦਾ ਹਾਲ ਦੇਖ ਲਓ ਤੁਸੀਂ ਕਿ ਉਹ ਜਿੱਥੋਂ ਜਿਹਨੂੰ ਕੋਈ ਵੀ ਡੀਏਪੀ ਖਾਦ ਦੀ ਬੋਰੀ ਮਿਲਦੀ ਹੈ ਉਹ ਚੱਕ ਕੇ ਭੱਜ ਵਗਦਾ ਤੇ ਪਿੱਛੇ ਪਿੱਛੇ ਪ੍ਰਸ਼ਾਸਨਿਕ ਅਧਿਕਾਰੀ। ਹੁਣ ਤਾਂ ਕਹਿੰਦੇ ਥਾਣੇ ਦੇ ਵਿੱਚੋਂ ਟੋਕਨ ਮਿਲਦੇ ਨੇ। ਹਰਿਆਣੇ ਦੀ ਸਥਿਤੀ ਇਹ ਹੈ ਫਿਲਹਾਲ। ਸੁਖਵਿੰਦਰ, ਮੋਟੇ ਤੌਰ ਤੇ ਜੇ ਆਪਾਂ ਪਰਿਸਥਿਤੀ ਸਮਝ ਲਈਏ ਕਿ ਜਿਨ੍ਹਾਂ ਲੋਕਾਂ ਦੇ ਹੱਥ 'ਚ ਅਸੀਂ ਐਡੀ ਵੱਡੀ ਰਾਜ ਸੱਤਾ ਦਿੱਤੀ ਹੈ, ਮੋਦੀ, ਅਮਿਤ ਸ਼ਾਹ, ਯੋਗੀ, ਅਡਾਨੀ, ਅੰਬਾਨੀ, ਸਾਰੇ ਉਹਨਾਂ ਦੇ ਪਿੱਛੇ ਖੜੇ ਆ। ਜੇ ਉਹਨਾਂ ਦੀ ਨੀਅਤ ਬਦਨੀਅਤ ਹੋ ਜੂਗੀ, ਜੇ ਉਹੀ ਕਾਰਪੋਰੇਟਾਂ ਨਾਲ ਰਲ ਕੇ ਇਹ ਫੈਸਲਾ ਕਰ ਲੈਣਗੇ ਕਿ ਅੱਖ ਰੱਖ ਲੈਣਗੇ, ਮਾੜੀ ਨਿਗਾਹ ਰੱਖ ਲੈਣਗੇ ਕਿਸਾਨਾਂ ਦੀ ਜ਼ਮੀਨ ਤੇ, ਤਾਂ ਫਿਰ ਬਚਾਉਣਾ ਬਹੁਤ ਔਖਾ। ਇਸ ਕਰਕੇ ਇਹਨਾਂ ਲੋਕਾਂ ਤੋਂ ਕਿਵੇਂ ਬਚਾਇਆ ਜਾ ਸਕੇ, ਸਾਡੀ ਅਸਲੀ ਲੜਾਈ ਇਹੀ ਹੋਣੀ ਚਾਹੀਦੀ। ਤੁਸੀਂ ਦੇਖੋ ਕਿਸਾਨਾਂ ਦੇ ਵਿੱਚ ਇਹ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਹੀ ਪਹਿਲੀ ਕਿਸਾਨ ਮੂਵਮੈਂਟ ਹੋਊਗੀ ਕਿ ਜਿੱਥੇ ਸਿੱਧਾ ਸਿੱਧਾ ਕਾਰਪੋਰੇਟਾਂ ਤੇ ਹਮਲਾ। ਇੱਕ ਚੱਲੀ ਸੀਗੀ ਆਕੂਪਾਈ ਵਾਲ ਸਟਰੀਟ, ਕਿ ਉਹ ਆਪਣੇ ਆਪ ਸਿੱਧਾ ਸਿੱਧਾ ਵਾਲ ਸਟਰੀਟ ਜਿੱਥੇ ਸਾਰਾ ਫਾਈਨੈਂਸ਼ੀਅਲ ਮੈਨੇਜਮੈਂਟ ਅਮਰੀਕਾ ਦੀ ਹੁੰਦੀ ਹੈ, ਉੱਥੇ ਦੀ ਏਰੀਏ ਦਾ ਨਾਂ ਹੈ, ਉਹਨੂੰ ਜਨਰਲ ਵੀ ਕੱਢਦੇ, ਹੋਰ ਵੀ ਕੱਢਦੇ ਆ, ਬੈਂਕਿੰਗ ਸਿਸਟਮ ਸਾਰਾ ਉੱਥੇ ਕੰਸੈਂਟਰੇਟਡ ਹੈ। ਤਾਂ ਉਹਨਾਂ ਦੇ ਵਿੱਚ ਉਸ ਮੂਵਮੈਂਟ 'ਚ ਅਸੀਂ ਵੀ ਸ਼ਾਮਿਲ ਹੋਏ ਸੀ, ਅਸੀਂ ਵੀ ਇੱਥੇ ਕੀਤਾ। ਫਿਰ ਉਹ ਆਕੂਪਾਈ ਕਈ ਜਗ੍ਹਾ ਕਈ ਕੁਛ ਉਹਦਾ ਹੋਇਆ। ਇਹੋ ਜਿਹੀਆਂ ਇੱਕੜ ਦੁੱਕੜ ਮੂਵਮੈਂਟਾਂ ਨੂੰ ਛੱਡ ਲਓ ਤਾਂ ਲੋਕ ਆਪਣੇ ਸੈਕਸ਼ਨਲ ਲਈ, ਟੀਚਰ ਆਪਣੇ ਮੁੱਦਿਆਂ ਲਈ, ਕਿਸਾਨ ਆਪਣੇ ਮੁੱਦਿਆਂ ਲਈ, ਮਜ਼ਦੂਰ ਆਪਣੇ ਮੁੱਦਿਆਂ ਲਈ ਟ੍ਰੇਡ ਯੂਨੀਅਨ ਨਾਲ ਲੜਦੀਆਂ ਰਹੀਆਂ। ਪਰ ਜਿਹੜੀ ਇਹ ਵੱਡੀ ਲੜਾਈ ਜਿਹੜੀ ਕਿ ਸਿੱਧੀ ਸਿੱਧੀ ਵਰਲਡ ਬੈਂਕ ਦੇ ਨਾਲ, IMF ਦੇ ਨਾਲ, WTO ਦੇ ਨਾਲ ਵੀ ਜਾ ਕੇ ਜੁੜਦੀ ਹੈ, ਇਹ ਪੰਜਾਬ ਦੇ, ਹਰਿਆਣੇ ਦੇ ਤੇ ਉੱਤਰੀ ਜਿਹੜੇ ਉੱਤਰੀ ਪੱਛਮੀ ਭਾਰਤ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਹੈ। ਇਹਦੀ ਅਹਿਮੀਅਤ ਬਹੁਤ ਜ਼ਿਆਦਾ। ਉਹ ਕੀਤੀ ਤਾਂ ਇਹ ਸਾਰਾ ਸੋਚ ਸਮਝ ਕੇ, ਜਿਹੜਾ ਤੁਸੀਂ ਸਵਾਲ ਖੜਾ ਕਰਦੇ ਆ ਨਾ DAP ਦਾ, ਖਾਦਾਂ ਦਾ, ਹੋਰਨਾਂ ਦਾ, ਤੁਸੀਂ ਲਗਾਤਾਰ ਇਹਨਾਂ ਦੀ ਕਾਰਗੁਜ਼ਾਰੀ ਦੇਖੋ। ਮੈਨੂੰ ਅਜੇ ਚੰਗੀ ਤਰ੍ਹਾਂ ਯਾਦ ਆ ਜਦੋਂ ਪਹਿਲੀ ਵਾਰੀ ਸਰਕਾਰ ਇਹ ਆਈ ਤੇ ਲੈਂਡ ਐਕੁਇਜ਼ੀਸ਼ਨ ਐਕਟ ਦੇ ਵਿੱਚ ਜਿਹੜਾ ਕਾਂਗਰਸ ਨੇ ਬਣਾਇਆ ਸੀਗਾ 2014 ਤੋਂ ਪਹਿਲਾਂ ਉਹਦੇ 'ਚ ਉਹਨਾਂ ਨੇ ਇਹ ਗੱਲ ਕੀਤੀ ਸੀਗੀ, ਮੇਰਾ ਖਿਆਲ ਜੈਰਾਮ ਰਮੇਸ਼ ਹੋਣਾ ਨੇ ਰਲ ਕੇ ਕੀਤਾ ਸੀਗਾ, ਕਿ ਦੇਖੋ ਭਾਈ
ਜਿਹੜੀ ਜ਼ਮੀਨ ਕਿਸਾਨਾਂ ਤੋਂ ਲੈਣੀ ਆ ਇਹ ਉਹਨਾਂ ਦੀ ਜਾਇਦਾਦ ਆ। ਜੇ ਅਸੀਂ ਕਾਰਖਾਨੇਦਾਰਾਂ ਦੀ ਕੋਈ ਫੈਕਟਰੀ ਨੂੰ ਸਰਕਾਰ ਨੇ ਲੈਣਾ ਹੋਵੇ ਤੇ ਉਹਨੂੰ ਬਿਨਾਂ ਪੁੱਛਿਆ ਕਿਸੇ ਕਾਰਖਾਨੇਦਾਰ ਤੋਂ ਲੈ ਲਓ ਤਾਂ ਇਹ ਤਾਂ ਮਾੜੀ ਗੱਲ ਹੈ। ਜ਼ਮੀਨ ਉਹਨਾਂ ਦੀ ਜੱਦੀ ਪੁਸ਼ਤੀ ਜਾਇਦਾਦ ਹੈਗੀ ਹੈ, ਜਾਇਦਾਦ ਹੀ ਨਹੀਂ ਆ ਉਹਨਾਂ। ਇੱਕ ਕਿਸਾਨ ਲਈ ਜਿਹੜੀ ਜ਼ਮੀਨ ਆ, ਪਹਿਲਾਂ ਇਹ ਸਮਝੋ ਕਿ ਕੱਲਾ ਉਹਦਾ ਆਰਥਿਕ ਉਪਜੀਵਿਕਾ ਦਾ ਸਾਧਨ ਹੀ ਨਹੀਂ ਹੈ, ਉਹ ਪਿੰਡ ਦੇ ਵਿੱਚ ਉਹਦੀ ਰਾਜਨੀਤਿਕ ਸਥਾਨ ਤੈਅ ਕਰਦਾ। ਬੱਚਿਆਂ ਦਾ ਵਿਆਹ ਕਿਹੋ ਜਿਹਾ ਹੋਣਾ ਉਹ ਜ਼ਮੀਨ ਦੇ ਨਾਲ ਆ। ਜ਼ਮੀਨ ਦੇ ਵਿੱਚ ਉਹਨੂੰ ਪੂਰਾ ਕਾਰੋਬਾਰ ਮਿਲਦਾ। ਜੇ ਜ਼ਮੀਨ ਨਾ ਹੋਊ ਤੇ ਕਰੂ ਕੀ? ਭਾਵੇਂ ਉਹ ਘਾਟੇ ਬੰਦਾ ਸੱਦਾ ਹੋਵੇ ਪਰ ਸਾਰਾ ਸਾਲ ਕੁਝ ਨਾ ਕੁਝ ਟੁੰਨ ਉਹਦੇ ਚ ਕੁਝ ਨਾ ਕੁਝ ਕੰਮ ਤੇ ਲੱਗਾ ਹੀ ਰਹਿੰਦਾ, ਠੀਆ ਠੱਪਾ ਜਿਹਾ ਕਰਨ। ਉਹਨੂੰ ਇੱਕ ਕੰਮ ਤੇ ਐਉਂ ਤੇ ਲੱਗਦਾ ਨਾ ਕਿ ਮੈਂ ਲੱਗਾ ਆ, ਮੇਰੀ ਜ਼ਮੀਨ ਆ, ਮੈਂ ਮਾਲਕ ਆ, ਮੇਰਾ ਆ ਸਥਾਨ ਹੈਗਾ। ਜਦੋਂ ਜ਼ਮੀਨ ਖੁੱਸ ਜਾਂਦੀ ਆ, ਪੁਰਾਣੇ ਬੁੱਢੇ ਵੀ ਆਪਾਂ ਨੂੰ ਯਾਦ ਹੈ, ਪਿੰਡ 'ਚ ਮੈਂ ਪਲਿਆ ਹੋਇਆ, ਕਿ ਜਦੋਂ ਨਿਆਣੇ ਵੱਡੇ ਹੋ ਜਾਂਦੇ, ਬੁੱਢਾ ਬਹੁਤਾ ਕੰਮ ਨਹੀਂ ਸੀ ਕਰ ਹੁੰਦਾ, ਉਹ ਕੋ ਅੰਗੂਠਾ ਲਵਾ ਲੈਂਦੇ ਕਿ ਬਾਅਦ ਚ ਰੌਲਾ ਨਾ ਪਵੇ। ਤੇ ਜਦੋਂ ਬੁੱਢੇ ਦਾ ਅੰਗੂਠਾ ਲਵਾ ਲਿਆ, ਉਹ ਫਿਰ ਸਿਆਲ ਨਹੀਂ ਸੀ ਕੱਢਦਾ। ਉਹਨੂੰ ਲੱਗਦਾ ਸੀ ਹੁਣ ਮੇਰੇ ਪੱਲੇ ਕੀ ਆ, ਹੁਣ ਚੱਲੀਏ ਆਪਾਂ ਅਗਲੇ ਪਾਸੇ ਹੀ ਚੱਲੀਏ। ਇਹ ਬਹੁਤ ਵੇਖਣ ਦੀ ਗੱਲ ਸੀਗੀ। ਇਸ ਕਰਕੇ ਜ਼ਮੀਨ ਨਾਲ ਜਿਹੜਾ ਇੱਕ ਕਿਸਾਨ ਦਾ ਰਿਸ਼ਤਾ ਹੈਗਾ, ਉਹ ਉਸੇ ਤਰ੍ਹਾਂ ਦਾ ਰਿਸ਼ਤਾ ਜਿਸ ਤਰ੍ਹਾਂ ਉਹਦਾ ਆਪਣੇ ਬੱਚਿਆਂ ਨਾਲ, ਚਾਚੇ ਫੁੱਫੀ ਤਾਇਆ, ਆਪਣੇ ਰਿਸ਼ਤੇਦਾਰੀਆਂ ਨਾਲ ਹੁੰਦਾ। ਇੱਥੋਂ ਤੱਕ ਮੈਂ ਕਹੂੰਗਾ ਕਿ ਈਵਨ ਜਿਹੜੇ ਉੱਥੇ ਉਹਦੀਆਂ ਫਸਲਾਂ ਤੇ ਉਹਦੇ ਡੰਗਰ ਵੱਛਾ ਸਾਰਾ, ਉਹ ਉਹਨੂੰ ਆਪਣੇ ਬੱਚਿਆਂ ਵਾਂਗੂ ਲੱਗਦਾ। ਇਹ ਤੁਹਾਨੂੰ ਸਮਝ ਨਹੀਂ ਪਊਗੀ ਜੇ ਤੁਸੀਂ ਖੁਦ ਕਿਸਾਨ ਹੋਗੇ ਤੇ ਉਹ ਜਿਹੜੀ ਭਾਵਨਾਵਾਂ ਦੇ ਵਿੱਚ ਆਪ ਆਪਣੇ ਆਪ ਨੂੰ ਰੱਖ ਕੇ ਦੇਖੋਗੇ। ਉਹ ਆਪਣੀਆਂ ਫਸਲ ਵਾੜੀ ਸਾਰੀਆਂ ਚੀਜ਼ਾਂ ਨੂੰ ਆਪਣੇ ਬੱਚਿਆਂ ਵਾਂਗੂ ਹੀ ਪਾਲਦਾ, ਆਪਣੇ ਅੱਖਾਂ ਸਾਹਮਣੇ ਵੱਡਾ ਹੁੰਦਾ ਦੇਖਦਾ। ਇਹੋ ਜੀ ਜਿਹੜੀ ਇੱਕ ਪੂਰੀ ਅਲੱਗ ਕਿਸਾਨਾਂ ਦੀ ਦੁਨੀਆ ਔਰ ਸਦੀਆਂ ਤੋਂ ਚੱਲੀ ਆ ਰਹੀ ਹੈ, ਉਸ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਉਜਾੜਨਾ, ਇਹਦੇ ਨਾਲੋਂ ਘੋਰ ਪਾਪ ਕੋਈ ਹੋ ਨਹੀਂ ਸਕਦਾ। ਤੇ ਇਹਦੇ ਨਾਲੋਂ ਇਹੋ ਜੀ ਜਿਹੜੀ ਸਕੀਮ ਹੁਣ ਵਾਲੀ ਸਰਕਾਰ ਨੇ ਬਣਾਈ ਹੈ ਕਾਰਪੋਰੇਟਾਂ ਦੇ ਨਾਲ, ਇਹਦੇ ਨਾਲੋਂ ਵੱਡਾ ਕੋਈ ਹਮਲਾ ਪਹਿਲਾਂ ਹੋਇਆ ਨਹੀਂ। ਪਹਿਲਾਂ ਕੀ ਸੀ, ਲੈਂਡ ਰਿਫਾਰਮ ਹੋ ਗਿਆ, ਜ਼ਮੀਨੀ ਸੁਧਾਰ ਹੋ ਗਏ, ਲੈਂਡ ਸੀਲਿੰਗ ਹੋ ਗਈ, ਕਿਤੇ ਜੀ ਗ੍ਰੀਨ ਰੈਵੋਲੂਸ਼ਨ ਹੋ ਗਿਆ, ਜੇ ਹੋ ਗਿਆ ਉਹ ਹੋ ਗਿਆ। ਇਹੋ ਜਿਹੇ ਉਖੜ ਦਿਖੜ ਕੰਮ ਹੁੰਦੇ ਰਹੇ ਆ, ਪਰ ਇਹ ਤੇ ਉਹਨਾਂ ਨੂੰ ਪੈਰਾਂ ਤੋਂ ਅਖੇੜ ਕੇ ਬਿਲਕੁਲ ਹੀ ਪਿੰਡਾਂ ਤੋਂ ਬਾਹਰ ਤੱਕਣਾ ਚਾਹੁੰਦੇ ਆ। ਇਹ ਕੋਈ ਐਵੇਂ ਬਣਾਈ ਹੋਈ ਮਨ ਘੜਤ ਗੱਲ ਨਹੀਂ, ਨਾ ਕੋਈ ਰਾਜਨੀਤਿਕ ਪ੍ਰਾਪੇਗੰਡਾ। ਉਹ ਦਵਿੰਦਰ ਸ਼ਰਮਾ ਨੇ ਕਿੰਨੀ ਵਾਰੀ ਆਪਣੇ ਲੈਕਚਰਾਂ 'ਚ ਕਿਹਾ, ਉਹ ਅੰਕੜੇ ਕਾਫੀ ਖੇਤੀ ਦੇ ਮਾਹਰ ਆ, ਇਕੱਠੇ ਕਰਦੇ ਰਹਿੰਦੇ ਆ। ਉਹਨਾਂ ਨੇ ਕਿਹਾ ਕਿ ਅੱਜ ਤੋਂ 20-25 ਸਾਲ ਪਹਿਲਾਂ ਇਹ ਸਕੀਮ ਇੰਟਰਨੈਸ਼ਨਲ ਫਾਈਨੈਂਸ ਕੈਪੀਟਲ, ਜਾਣੀ ਜਿਸ ਤਰ੍ਹਾਂ ਕਹਿ ਲਓ ਤੁਸੀਂ ਵਰਲਡ ਬੈਂਕ, WTO, ਇਹ ਤੈਅ ਕਰ ਚੁੱਕੇ ਸੀਗੇ ਕਿ ਇੰਡੀਆ ਦੇ ਪਿੰਡਾਂ ਚੋਂ 40 ਕਰੋੜ ਲੋਕ ਕੱਢਣੇ ਆ। ਉਹ ਕਿੱਥੇ ਸੁੱਟਣੇ ਇਹਦਾ ਕੋਈ ਪਤਾ ਨਹੀਂ ਹੈਗਾ। ਤੇ ਜਾਣੀ 40 ਕਰੋੜ ਲੋਕ ਥੋੜੇ ਨਹੀਂ ਹੈ, ਇਹਦਾ ਮਤਲਬ ਪਿੰਡਾਂ ਦੇ ਪਿੰਡ ਖਾਲੀ ਹੋ ਜਾਣਗੇ। ਇਸ ਵੇਲੇ 65-66% ਓਵਰਆਲ ਪਾਪੂਲੇਸ਼ਨ ਤੇ ਅਜੇ ਵੀ ਪੰਜਾਬ ਦੇ ਵਿੱਚ, ਜਾਂ ਓਵਰਆਲ ਤੁਸੀਂ ਤਕਰੀਬਨ 70-68% ਸਮਝ ਲਓ ਪਾਪੂਲੇਸ਼ਨ ਪਿੰਡਾਂ 'ਚ ਆ ਜੇ। ਤੇ ਜੇ ਉਹਦੇ ਚੋਂ ਇੰਨੀ ਵੱਡੀ ਪਾਪੂਲੇਸ਼ਨ ਕੱਢ ਦੇਣਗੇ, ਉਹਦਾ ਕਿੱਥੇ ਜਾਣਾ ਕਿੱਥੇ ਆ? ਚੀਨ ਨੇ ਤੇ ਇੱਕ ਬੜਾ ਸਿਸਟਮ ਕੀਤਾ, ਸਾਡੇ ਕੋਈ ਸਿਸਟਮ ਨਹੀਂ ਹੈ। ਚੀਨ ਦੇ ਵਿੱਚ ਇੱਕ ਪਲੈਨਡ ਮਾਈਗ੍ਰੇਸ਼ਨ ਆ ਉਹਨੂੰ ਕਹਿੰਦੇ। ਮੈਂ ਆਪ ਦੇਖ ਕੇ ਆਇਆ ਉੱਥੇ, ਸ਼ੰਘਾਈ ਜਾਂ ਹੋਰ ਏਰੀਏ 'ਚ ਗਏ ਅਸੀਂ। ਉਹਨਾਂ ਦਾ ਕਿ ਉਹਨਾਂ ਨੂੰ ਪਤਾ ਕਿ ਇਹ ਪਿੰਡ ਦੇ ਵਿੱਚ ਇੰਨਾ ਬੰਦਿਆਂ ਨੂੰ ਇੰਨਾ ਪੜਾਇਆ, ਇਹਨਾਂ ਚੱਕ ਕੇ ਅਸੀਂ ਫਲਾਨੀਆਂ ਫੈਕਟਰੀਆਂ 'ਚ ਸਿੱਧਾ ਲੈ ਜਾਣਾ। ਉਹ ਲਗਾਤਾਰ ਇਹ ਕਰਦੇ ਰਹਿੰਦੇ ਤੇ ਆਪਣੇ ਪਿੰਡਾਂ ਦਾ ਜਿਹੜਾ ਬੋਝ ਆ, ਜਿਹੜਾ ਕਿਉਂਕਿ ਮਸ਼ੀਨੀਕਰਨ ਹੋ ਗਿਆ, ਉੱਥੇ ਲੋੜ ਨਹੀਂ ਬਹੁਤੇ ਹੱਥਾਂ ਦੀ, ਉਹਨੂੰ ਹਲਕਾ ਕਰਕੇ ਸ਼ਹਿਰਾਂ 'ਚ ਲਈ ਆਉਂਦੇ। ਸਾਡੇ ਕੋਈ ਇਹੋ ਜਿਹੀ ਜ਼ਿੰਮੇਵਾਰੀ ਨਹੀਂ। ਜਿਹੜੇ ਪਹਿਲਾਂ ਸ਼ਹਿਰਾਂ 'ਚ ਪਿੰਡਾਂ 'ਚੋਂ ਉੱਜੜ ਕੇ ਆਏ, ਉਹ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਾਨਵਰਾਂ ਵਾਲਾ ਜੀਵਨ ਜੀਂਦੇ ਆ। ਤੇ ਜਿਹੜੇ ਪਿੰਡਾਂ 'ਚ ਪਿੱਛੇ ਰਹਿ ਗਏ ਆ, ਉਹ ਵੀ ਅਨਰਥ ਹੋ ਚੁੱਕਾ ਜੋ ਤੁਸੀਂ ਦੱਸ ਰਹੇ, ਜੋ ਅਸੀਂ ਰੋਜ਼ ਬੋਲਦੇ ਆ ਕਿ ਹਰ ਰੋਜ਼ 3-4 ਕਿਸਾਨ, ਅੱਜ ਵੀ 2 ਕਿਸਾਨ ਆਤਮ ਹੱਤਿਆ ਕੀਤੀ ਹੈ। ਰੋਜ਼ ਇਹ ਇਹੋ ਜਿਹਾ ਹੀ ਵਰਤਾਰਾ ਹੁੰਦਾ। ਕੁਝ ਨੋਟਿਸ 'ਚ ਆਉਂਦੇ, ਕੁਝ ਈਵਨ ਪਬਲਿਕਲੀ ਨੋਟਿਸ ਵਿੱਚ ਵੀ ਨਹੀਂ ਆਉਂਦੇ, ਕਿਉਂਕਿ ਲੋਕ ਇਸ ਗੱਲ ਨੂੰ ਬੁਰਾ ਮਨਾਉਂਦੇ ਆ ਕਿ ਸਾਡੇ ਕਿਸੇ ਬੰਦੇ ਨੇ ਆਤਮ ਹੱਤਿਆ ਕੀਤੀ ਹੈ। ਰਿਪੋਰਟ ਹੀ ਨਹੀਂ ਕਰਦੇ, ਕਿਸੇ ਹੋਰ ਕਾਰਨ ਕਰਕੇ ਦੱਸ ਦਿੰਦੇ ਆ, ਕਿਉਂਕਿ ਪਿੰਡ 'ਚ ਚੰਗਾ ਨਹੀਂ ਮੰਨਦੇ ਜਾਂ ਸਰੀਕੇ 'ਚ ਚੰਗਾ ਨਹੀਂ ਮੰਨਦੇ। ਇਹ ਹਾਲਾਤ ਇਸ ਵੇਲੇ ਬਣੀ ਹੋਈ ਹੈ ਸਾਡੇ। ਮੈਂ ਇਕੱਲੇ ਪੰਜਾਬ ਦੀ ਗੱਲ ਕਰਦਾ। ਇਹ ਖੇਤੀ ਫਿਰ ਕੀ ਬਣ ਗਈ ਆ? ਖੇਤੀ ਇੱਕ ਤੁਹਾਡੇ ਪੈਰਾਂ ਦੀ ਜੰਜੀਰ ਬਣ ਗਈ ਹੈ, ਔਰ ਇਸ ਨੂੰ ਇਸ ਕਦਰ ਇਹਦੀ ਬੇਕਦਰੀ ਕਰਨੀ, ਖੇਤੀ ਦੀ ਔਰ ਕਿਸਾਨ ਦੀ ਬੇਕਦਰੀ ਕਰਨੀ, ਸਵਾਏ ਉਹਨੂੰ ਇੱਕ ਵੋਟਾਂ ਲੈਣ ਵਾਲੀ ਵੋਟ ਬੈਂਕ ਤੋਂ ਇਲਾਵਾ ਹੋਰ ਕੁਝ ਨਾ ਮੰਨਣਾ, ਇਹ ਹੁਣ ਵਾਲੀ ਸਰਕਾਰ ਨੇ ਜਿਸ ਕਦਰ ਇਸ ਤੇ
ਇਹ ਕੰਮ ਕੀਤਾ ਉਹ ਪਹਿਲਾਂ ਕਦੀ ਨਹੀਂ ਸੀ ਹੋਇਆ। ਹੁੰਦਾ ਤੇ ਰਿਹਾ ਹੋਊਗਾ ਪਹਿਲਾਂ ਵੀ ਥੋੜਾ ਬਹੁਤ 19-21। ਮੈਂ ਹੁਣ ਕੰਕਰੀਟ 'ਚ ਗੱਲ ਦੱਸਦਾ। ਜਦੋਂ ਮਸ਼ੀਨਰੀ ਦੇ ਐਗਰੀਕਲਚਰ ਦੇ ਆਏ ਇਹਨਾਂ ਨੇ 26% GST ਲਾਤੀ ਸੀ। ਅਸੀਂ ਰੌਲਾ ਪਾਇਆ ਉਹ ਤੁਹਾਡਾ ਬੇੜਾ ਬਹਿ ਜੇ, ਤੁਹਾਨੂੰ ਤੇ ਇੱਥੇ 0% ਲਾਉਣਾ ਚਾਹੀਦਾ। ਫਿਰ ਇਸੇ ਤਰ੍ਹਾਂ ਖਾਦਾਂ ਦਾ ਸਬਸਿਡਾਈਜ਼ ਹੈ, ਯੂਰੀਆ ਹੋਰ ਸਬਸਿਡਾਈਜ਼ ਮਿਲਦਾ, ਉਹ ਸਬਸਿਡੀ ਘਟਾਤੀ, ਕਈਆਂ ਤੇ ਛੱਡੀ ਨਹੀਂ ਹੈਗੀ। ਪੰਜਾਬ ਦੇ ਅੰਦਰ ਜਿਹੜੀ DAP ਜਾਂ ਹੋ ਰਿਹਾ, ਪਹਿਲਾਂ ਸਾਡੀਆਂ ਕੋਆਪਰੇਟਿਵ ਸੁਸਾਇਟੀ ਉਹਨਾਂ ਨਾਲ ਹੀ ਮਿਲਦੀ ਸੀ ਪੂਰੀ। ਉਹਦਾ ਮਤਲਬ ਉਹ ਖਾਦ ਕਿਸਾਨ ਚੁੱਕ ਲੈਂਦੇ ਸੀਗੇ, ਉਹਦੇ ਤੇ ਕਰਜ਼ਾ ਹੋ ਜਾਂਦਾ। ਜਦੋਂ ਕਣਕ ਕੁਣਕ ਵਿਕਦੀ ਸੀ ਉਹ ਉਥੇ ਮਤਲਬ ਦੇ ਦਿੰਦੇ ਸੀ, ਪੈਸੇ ਵਾਪਸ ਕਰ ਦਿੰਦੇ ਸੀ, ਅਗਲੀ ਵਾਰੀ ਖਾਦ ਫਿਰ ਚੁੱਕ ਲੈਂਦੀ। ਇੱਕ ਉਹ ਐਵੇਂ ਸਰਕਲ ਜਿਹਾ ਬਣਿਆ ਹੋਇਆ ਸੀ, ਤਾਂ ਬੜੀ ਵੱਡੀ ਰਾਹਤ ਸੀ। ਹੁਣ ਵਾਲੀ ਸਰਕਾਰ ਨੇ ਕਰਤਾ ਕਿ 50% ਜਿਹੜੇ ਆ ਪ੍ਰਾਈਵੇਟ ਖਾਦ ਸਪਲਾਈ ਕਰ ਸਕਦੇ ਆ। ਉਹਦਾ ਰਿਜ਼ਲਟ ਕੀ ਨਿਕਲਿਆ? ਮਹਿੰਦਰਗੜ੍ਹ ਦੇ ਵਿੱਚ ਰੋਜ਼ ਖਬਰਾਂ ਆ ਰਹੀਆਂ, ਕਿਸਾਨ ਔਰਤਾਂ ਸਵੇਰੇ ਸਕੂਲਾਂ ਦੇ ਵਿੱਚ ਨਿਆਣੇ ਨਹੀਂ ਭੇਜਦੀਆਂ, ਲਾਈਨਾਂ ਲੱਗੀਆਂ ਹੋਈਆਂ, ਜਾਣੀ ਉਹਨਾਂ ਨੂੰ ਸਕੂਲ, ਜਦੋਂ ਸਕੂਲਾਂ 'ਚ ਕਿੱਥੋਂ ਭੇਜਣਾ ਇਸ ਵਕਤ? ਤੁਸੀਂ ਇੱਧਰ ਆ ਜਾਣਾ, ਨਿਆਣੇ ਘਰੇ ਬੈਠੇ ਭੁੜਕਦੇ ਫਿਰਦੇ ਆ, ਜਾਣ ਦਾ ਟਾਈਮ ਹੀ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ। ਉਹ ਕਰਕੇ ਲੰਮੀਆਂ ਲਾਈਨਾਂ ਲੱਗੀਆਂ, 1000 ਪੁਲਿਸ ਵਾਲਾ ਬੰਦਾ ਤਾਇਨਾਤ ਕੀਤਾ ਕਿ ਵਾਇਲੈਂਸ ਨਾ ਹੋ ਜੇ। ਇੱਕ ਦਿਨ ਅੱਕੇ ਕਿਸਾਨਾਂ ਨੇ ਲੁੱਟ ਲਈ ਖਾਦ, ਚੱਕ ਕੇ ਭੱਜੇ ਜਾਂਦੇ ਦਿਖ ਰਹੇ ਸੀਗੇ, ਬੋਰੇ ਚੱਕ ਕੇ ਭੱਜ ਲਏ। ਤੁਸੀਂ ਜਿਸ ਫੌਜ ਨੂੰ ਅਮਿਊਨੀਸ਼ਨ ਨਹੀਂ ਦੋਗੇ ਉਹਨੂੰ ਮਾਰਨ ਲਈ ਭੇਜਿਆ, ਜਿਸ ਕਿਸਾਨ ਨੂੰ ਤੁਸੀਂ ਮਸ਼ੀਨਰੀ ਸਸਤੀ ਨਹੀਂ ਦੋਗੇ, ਬੀਜ ਨਹੀਂ ਦੋਗੇ, ਉਹਦੀ ਫਿਰ ਇਹ ਖਾਦਾਂ ਨਹੀਂ ਦੋਗੇ, ਫਿਰ ਪੱਕੀ ਹੋਈ ਫਸਲ ਨੂੰ ਤੁਸੀਂ ਚੁੱਕੋਗੇ ਨਹੀਂ, ਤੇ ਸੁਖਵਿੰਦਰ ਫਿਰ ਇਹਦਾ ਮਤਲਬ ਤੁਸੀਂ ਨਾ ਉਸ ਕਿਸਾਨ ਦੇ ਆ, ਨਾ ਉਸ ਜਵਾਨ ਦੇ ਆ, ਜਿਹੜਾ ਜੈ ਜਵਾਨ ਜੈ ਕਿਸਾਨ ਕਰਦੇ। DAP ਖਾਦ ਦੀ ਕਿੱਲਤ ਦਾ ਕਾਰਨ ਕੀ ਹੈ? ਕਿਉਂ ਘਟ ਆ ਰਹੀ ਹੈ? ਕਿਉਂ ਕੇਂਦਰ ਸਰਕਾਰ ਇਹਦਾ ਪ੍ਰਬੰਧ ਨਹੀਂ ਕਰਦੀ? ਇਹ ਕਦੇ ਬਾਰਦਾਨੇ ਦੀ ਘਾਟ ਆ ਜਾਂਦੀ ਇਹਨਾਂ ਨੂੰ, ਕਦੇ DAP ਖਾਦ ਦੀ ਘਾਟ ਆ ਗਈ। ਇਹ ਸਾਰਾ ਕਿਸਾਨਾਂ ਦੇ ਮਸਲੇ 'ਚ ਕਿਉਂ ਹੋ ਰਿਹਾ? ਮੈਂ ਤਾਂ ਪਹਿਲਾਂ ਹੀ ਦੱਸ ਚੁੱਕਾ ਕਿ ਇੱਕ ਸਿਸਟੇਮੈਟਿਕਲੀ ਲੋਕਾਂ ਨੂੰ ਇੰਨਾ ਹਤਾਸ਼ ਕਰ ਦੋ, ਪਰੇਸ਼ਾਨ ਕਰ ਦੋ, ਲੋਕ ਆਪ ਹੀ ਕਹਿਣ ਵੀ ਜਾਂ ਤੇ ਇੱਥੋਂ ਛੱਡ ਕੇ ਭੱਜ ਲਓ, ਭਾਵੇਂ ਨੇਪਾਲ ਚਲੇ ਜਾਓ, ਭਾਵੇਂ ਬੰਗਲਾਦੇਸ਼ ਚਲੇ ਜਾਓ, ਵੀ ਇਸ ਦੇਸ਼ 'ਚ ਨਾ ਦੱਸ। ਉਧਰ ਕੇਜਰੀਵਾਲ ਆਪਣਾ ਦੇਸ਼ ਭਗਤੀ ਦੇ ਚੈਪਟਰ ਪੜ੍ਹਾ ਰਹੇ ਆ ਕਿ ਦੇਖੋ ਮੈਂ ਹੁਣ ਸਕੂਲਾਂ 'ਚ ਚੈਪਟਰ ਲਾਤਾ ਤੇ ਮੈਂ ਹੁਣ ਦੇਸ਼ ਭਗਤ ਪੈਦਾ ਕਰਨੇ ਆ। ਇਹ ਇੱਕ ਪਾਸੇ ਇਹ ਇਹਨਾਂ ਨੂੰ ਉਜਾੜਨ ਦੀ ਸਕੀਮ ਬਣ ਗਈ ਹੈ। DAP ਦੀ ਕਿੱਥੋਂ ਘਾਟ ਹੋ ਜਾਣੀ ਆ? ਕੋਈ ਕਾਰਨ ਨਹੀਂ ਹੈ, ਕਿਸੇ ਕਿਸਮ ਦਾ ਕੋਈ ਕਾਰਨ ਨਹੀਂ ਹੈਗਾ। ਘਾਟ ਦਾ ਕਾਰਨ ਮਿਸਮੈਨੇਜਮੈਂਟ ਆ। ਹੁਣ ਆ ਜਿਹੜਾ ਕੋਲੇ ਦੀ ਪਿੱਛੇ ਆਈ, ਕੋਲੇ ਨਾਲ ਸਾਰੇ ਪਾਸੇ ਹਾਹਾਕਾਰ ਮੱਚੀ, ਪੰਜਾਬ 'ਚ ਵੀ ਮੱਚੀ। ਕਾਰਨ ਇਹਦਾ ਕੀ ਹੈਗਾ? ਕਾਰਨ ਮਿਸਮੈਨੇਜਮੈਂਟ ਆ। ਪਹਿਲਾਂ ਕੋਲਾ ਕੱਢ ਕੇ ਜਦੋਂ, ਕਿਉਂਕਿ ਦੇਖੋ ਜਦੋਂ ਬਰਸਾਤਾਂ ਹੁੰਦੀਆਂ ਉਦੋਂ ਤੁਸੀਂ ਬਹੁਤਾ ਕੋਲਾ ਕੱਢ ਨਹੀਂ ਸਕਦੇ, ਪਰ ਤੁਹਾਨੂੰ ਪਤਾ ਹੁੰਦਾ ਕਿੰਨੇ ਕੋਲੇ ਦੀ ਲੋੜ ਆ, ਕੁਝ ਕੁ ਪਰਸੈਂਟੇਜ ਉਹਨੂੰ ਵਧਾ ਕੇ ਪਹਿਲਾਂ ਉੱਥੇ ਸਟੋਰ ਕੀਤਾ ਜਾਂਦਾ, ਉਹ ਲਗਾਤਾਰ ਸਪਲਾਈ ਹੁੰਦਾ। ਇਹ ਕੋਈ ਨਵੀਂ ਗੱਲ ਤੇ ਹੈ ਨਹੀਂ ਗੀ, ਪਤਾ ਹੀ ਹੈ ਨਾ ਕਿ ਇੰਨਾ ਕੋਲਾ ਹਰ ਸੂਬੇ ਨੂੰ ਇੰਨੇ ਜਾਣਾ, ਉਹ ਕੋਟਾ ਕਿਉਂ ਨਹੀਂ ਆਇਆ? ਕਿਤੇ ਨਾ ਕਿਤੇ ਇਹ ਹੈਗਾ ਕਿ ਤੰਗ ਇੰਨਾ ਕਰ ਦੋ ਲੋਕਾਂ ਨੂੰ ਕਿ ਲੋਕ ਖੁਦ ਹੀ ਪਰੇਸ਼ਾਨ ਹੋ ਕੇ ਅੱਕੀ ਪਲਾਈ ਹੱਥ ਮਾਰਨ ਤੇ ਆਪਣੇ ਆਪ ਹਤਾਸ਼ ਹੋ ਕੇ ਛੱਡ ਜਾਣ। ਉਹ ਜਾਣੀ ਪਰੇਸ਼ਾਨ ਕਰਨ ਵਾਲੀ ਗੱਲ ਆ। ਨਹੀਂ ਤੇ ਜੇ ਇੱਕ ਕਿਸਾਨ ਦੀ ਥੋੜੀ ਬਹੁਤ ਸਬਸਿਡੀ ਜਿਹੜੀ ਦਿੰਦੇ ਆ MSP ਦੇ ਰੂਪ ਦੇ ਵਿੱਚ, MSP ਦੇ ਵਿੱਚ ਸਬਸਿਡਾਈਜ਼ ਹੁੰਦਾ, ਮਾਰਕੀਟ ਰੇਟ ਨਾਲੋਂ ਥੋੜਾ ਜ਼ਿਆਦਾ ਹੁੰਦਾ, ਜੇ ਦਿੰਦੇ ਰਹਿਣ ਤੇ ਬਾਕੀ ਸਾਰੇ ਸਾਧਨ ਚੱਲੀ ਜਾਂਦਾ ਸੀਗਾ। ਦੂਜੀ ਗੱਲ ਸੁਖਵਿੰਦਰ, ਇੱਕ ਹੋਰ ਵੀ ਗੱਲ ਆ, ਬਹੁਤ ਦੇਰ ਤੋਂ ਅਸੀਂ ਜਾਣਦੇ ਹਾਂ, 20 ਸਾਲ ਤੋਂ ਤੇ ਮੈਂ ਜਾਣਦਾ ਕਿ ਜਿਹੜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆ, ਉਹ ਸਾਰਿਆਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਸਮਝੌਤੇ ਹੋਏ ਆ, ਸਰਕਾਰਾਂ ਦੇ ਸਮਝੌਤੇ ਹੋਏ ਕਿ ਤੁਸੀਂ ਆਪਣੇ ਹੀ ਕਿਸਾਨਾਂ ਨੂੰ ਸਬਸਿਡੀ ਨਹੀਂ ਦਓਗੇ। ਉਹ ਜਿਹੜੀ ਅਸੀਂ ਸਾਡਾ ਪੈਸਾ, ਸਾਡੇ ਕਿਸਾਨ, ਸਾਡੀ ਜ਼ਮੀਨ, ਅਸੀਂ ਉਹਨਾਂ ਕੋਲੋਂ ਆਪਣਾ ਖਾਦ ਸਮੱਗਰੀ ਜਾਨੀ ਅਨਾਜ ਸਾਰਾ ਖਰੀਦਦੇ ਆ। ਸਰਕਾਰ ਚੌਲ ਵੀ ਖਰੀਦਦੀ ਆ, ਹੋਰ ਵੀ ਸਾਰਾ ਕੁਝ ਖਰੀਦਦੀ, ਕਣਕ ਵੀ ਖਰੀਦਦੀ। ਉਹਨਾਂ ਦੇ ਢਿੱਡ ਪੀੜ ਬਾਹਰ ਬੈਠਿਆਂ ਕੀ ਹੁੰਦੀ ਆ? ਉਹ ਕਹਿੰਦੇ ਕਿ ਤੁਸੀਂ ਆਪਣੇ ਕਿਸਾਨ ਨੂੰ ਜ਼ਿਆਦਾ ਰੇਟ ਨਹੀਂ ਦੇ ਸਕਦੇ। ਕਿਉਂ ਬਈ? ਤੁਹਾਡੇ ਕੋਲ ਪੈਸੇ ਮੰਗ ਕੇ ਦੇ ਰਹੇ ਆ। ਉਹ ਕਹਿੰਦੇ ਵੀ ਉਹ ਇਸ ਕਰਕੇ ਨਹੀਂ ਦੇ ਸਕਦੇ ਕਿਉਂਕਿ ਜਿਹੜੀ ਮਾਰਕੀਟ ਪ੍ਰਾਈਸ ਆ ਤੁਹਾਡੀ, ਉਹ ਤੇ ਤੁਹਾਡੀ ਥੋੜੀ ਹੁੰਦੀ ਆ, ਉਹ ਤੇ ਤੁਸੀਂ ਸਸਤਾ ਦਿੰਦੇ ਆ, ਪਰ ਇੱਥੇ ਇਹਨਾਂ ਨੂੰ ਜ਼ਿਆਦਾ ਦੇ ਕੇ ਤੁਸੀਂ ਉਹਨਾਂ ਨੂੰ ਉੱਥੇ ਸਸਟੇਨੇਬਲ ਬਣਾਉਣੇ, ਮਤਲਬ ਉਹਨਾਂ ਨੂੰ ਤੁਸੀਂ ਉਜਾੜਨ ਦੀ ਜਗ੍ਹਾ ਪਿੰਡਾਂ ਤੋਂ ਉੱਥੇ ਉਹਨਾਂ ਨੂੰ ਰੋਕਿਆ ਹੋਇਆ। ਇਹ ਉਹਨਾਂ ਦੇ ਢਿੱਡ 'ਚ ਪੀੜ ਆ ਵੀ ਜੇ ਉਹਨਾਂ ਨੂੰ ਤੁਸੀਂ ਮਾਰਕੀਟ ਤੇ ਛੱਡ ਦੋਗੇ, ਜਿਹੜੇ ਹੁਣ ਕਾਲੇ ਕਾਨੂੰਨ ਆਏ ਆ ਕਿ ਸਿੱਧਾ ਮਾਰਕੀਟ ਪ੍ਰਵੇਲ ਕਰੂਗੀ, ਕੋਈ ਉਹਨਾਂ ਦੀ ਮੰਡੀ ਬੋਰਡ ਵੱਲੋਂ ਕੋਈ ਇੰਸ਼ੋਰੈਂਸ ਨਹੀਂ ਹੋਊਗੀ, ਕੋਈ ਵੀ ਸਰਕਾਰੀ ਖਰੀਦ ਨਹੀਂ ਹੋਊਗੀ, ਤੇ ਮਾਰਕੀਟ ਵਾਲੇ ਤੇ ਇੱਕਦਮ ਤੁਹਾਨੂੰ 2-3 ਸਾਲਾਂ 'ਚ ਦੇਖਿਓ ਜਿਹੜੀਆਂ ਅੱਜ ਕੀਮਤਾਂ ਮਿਲ ਰਹੀਆਂ ਉਹਦੇ ਤੋਂ ਅੱਧੇ ਤੇ ਲੈ ਆਉਣਗੇ, ਬਿਲਕੁਲ ਅੱਧੇ ਤੇ ਲੈ ਆਉਣਗੇ, ਅੱਧੇ ਤੋਂ ਵੀ ਥੱਲੇ ਲਿਆ ਸਕਦੇ ਆ।
ਤੇ ਕੁਝ ਕੁ ਸਾਲਾਂ 'ਚ ਹੀ ਸਾਰੇ ਕਿਸਾਨ ਤੁਹਾਨੂੰ ਉਜੜੇ ਹੋਏ ਨਜ਼ਰ ਆਉਣਗੇ, ਹਾਹਾਕਾਰ ਮੱਚ ਜੂਗੀ। ਇਸ ਬਿਲਕੁਲ ਕਿਸਮ ਦੇ ਉਪਰਾਲੇ, ਇਸ ਕਿਸਮ ਦੀ ਪਰਨੀਸ਼ੀਅਸ ਜਿਹੜੀ ਕਹਿੰਦੇ ਆ ਬਹੁਤ ਹੀ ਘਿਨਾਉਣੀ ਤੇ ਘਾਤਕ ਪਿੱਛੇ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਹਦੇ ਵਿੱਚ ਸਾਡੇ ਕਾਰਪੋਰੇਟ ਭਾਈ ਔਰ ਉਹਨਾਂ ਦੇ ਗਾਂ ਮਾਈ ਬਾਪ ਜਿਹੜੇ ਵਰਲਡ ਬੈਂਕ, IMF, ਇੰਟਰਨੈਸ਼ਨਲ ਮੋਨਿਟਰੀ ਫੰਡ, WTO, ਉਹਨਾਂ ਦੇ ਨਾਲ ਰਲ ਕੇ ਜਿਨ੍ਹਾਂ ਦੇ ਗਾਂ ਪਿਆਦੇ ਤੇ ਜਿਹੜੇ ਚੌਕੀਦਾਰ ਬਣੇ ਹੋਏ ਆ, ਉਹ ਮੋਦੀ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਕੈਬਨਿਟ, ਇਹ ਕੁੱਲ ਮਿਲਾ ਕੇ ਇੱਕ ਇਹੋ ਜਿਹਾ ਮਸੌਦਾ ਤੇ ਏਜੰਡਾ ਲੈ ਕੇ ਆ ਗਏ ਆ ਜਿਹਦੇ ਨਾਲ ਕਿਸਾਨ ਨੂੰ ਨਾ ਜੀਣ ਦੇਣਾ ਲਈ ਕਿਵੇਂ ਕੋਈ ਨਾ ਕੋਈ ਉਪਰਾਲੇ ਕਰਨੇ ਆ, ਉਹਨੂੰ ਜੀਵਨ ਤੋਂ ਕਿਵੇਂ ਉਸ ਨੂੰ ਵਿਰਵਾ ਕਰਨਾ, ਕਿਵੇਂ ਉਸ ਨੂੰ ਹੋਣ ਵਾਲਾ ਜਿਹੜਾ 4 ਸਾਲ ਲੈ ਰਿਹਾ ਉਸ ਨੂੰ ਉੱਥੋਂ ਉਜਾੜ ਕੇ ਬਾਹਰ ਕਰਨਾ, ਇਸ ਵੱਡੀ ਸਕੀਮ ਦਾ ਭਈ ਮੈਂ ਵਿੱਚੋਂ ਗੱਲ ਥੋੜੀ ਜੀ ਆਪਣੀ ਪਾਸੇ ਚਲੇ ਗਈ ਸੀ ਸੁਖਵਿੰਦਰ, ਕਿ ਜਦੋਂ ਪਹਿਲੀ ਵਾਰੀ ਇਹ ਸਰਕਾਰ ਆਈ ਉਦੋਂ ਜਿਹੜਾ ਲੈਂਡ ਐਕੁਜੀਸ਼ਨ ਐਕਟ ਸੀ 80% ਲੋਕਾਂ ਤੋਂ ਮਨਜ਼ੂਰੀ ਲੈਣੀ ਸੀ, ਇਹਨਾਂ ਨੇ ਆ ਕੇ ਘਟ ਕਰਤੀ ਸੀ, ਫਿਰ ਬਹੁਤ ਰੌਲਾ ਪਿਆ ਸੀ, ਫਿਰ ਇਹਨਾਂ ਨੂੰ ਰੱਖਣੀ ਪਈ। ਜਿਹੜੀ ਲੈਂਡ ਲੈਂਦੇ ਆ ਭਾਵੇਂ ਸੜਕਾਂ ਲਈ ਲੈਣੀ ਆ ਜਾਂ ਕੋਈ ਹੋਰ ਕੁਝ ਕਰਨਾ ਜਾਂ ਕਾਰਖਾਨੇ ਲਾਉਣੇ ਆ, ਕਿਸੇ ਕਿਸਮ ਦੀ ਲੈਂਡ ਲੈਂਦੇ ਆ ਨਾ ਇਹਨਾਂ ਕੋਲੋਂ, ਕਿਸਾਨਾਂ ਕੋਲੋਂ ਐਕਵਾਇਰ ਕਰਦੇ ਆ, ਤੇ ਉਹਦੇ ਚ ਇਹ ਸੀ ਵੀ ਜਿੰਨਾਂ ਦੀ ਜ਼ਮੀਨ ਲੈਣੀ ਆ ਉਹਨਾਂ ਚੋਂ 80% ਹਾਂ ਕਰਨਗੇ ਤੇ ਜ਼ਮੀਨ ਲੈ ਸਕਦੇ ਆ, ਨਹੀਂ ਤੇ ਨਹੀਂ ਲੈ ਸਕਦੇ। ਉਹਦਾ ਮਤਲਬ ਇਹ ਸੀ ਵੀ ਜ਼ਮੀਨ ਤੇ ਕਿਸਾਨ ਅਲਟੀਮੇਟਲੀ ਦੇ ਦਿੰਦੇ ਸੀ, ਉਹ ਹਾਂ ਕਰਾਉਣ ਲਈ ਉਹਨਾਂ ਨੂੰ ਮੋਟੀ ਰਕਮ ਸਰਕਾਰ ਨੂੰ ਦੇਣੀ ਪੈਂਦੀ ਸੀਗੀ। ਇਹਨਾਂ ਨੇ ਉਹ ਜਿਹੜੀ ਘਟਾ ਦਿੱਤੀ, ਕਹਿੰਦੇ ਵੀ ਅੱਜ ਤੇ ਫਿਰ ਸਾਨੂੰ ਕੋਈ ਜ਼ਮੀਨ ਦਊਗਾ ਹੀ ਨਹੀਂ, ਸਾਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ। ਇਸੇ ਤਰ੍ਹਾਂ ਆਉਂਦਿਆਂ ਹੀ ਇਹਨਾਂ ਨੇ ਵਰਕਰਸ ਦੇ ਵਿਰੁੱਧ ਕਾਨੂੰਨ ਲਿਆਂਦੇ ਸੀ, ਪਹਿਲੀ ਟਰਮ ਦੇ, ਮੈਂ 2014-15 ਦੀਆਂ ਗੱਲਾਂ ਕਰ ਰਿਹਾ, ਆਉਂਦਿਆਂ ਹੀ ਪਹਿਲੇ ਸਾਲ ਹੀ ਕੀਤਾ ਸੀ ਇਹ, ਮੈਂ ਇਹਦੇ ਵਿਰੁੱਧ ਲਿਖਿਆ ਵੀ ਸੀ। ਹੁਣ ਤੇ ਇਹਦੇ ਨਾਲੋਂ ਕੋਈ ਰਿਹਾ ਹੀ ਨਹੀਂ, ਆ ਦੂਜੀ ਟਰਮ ਦੇ ਵਿੱਚ ਆ ਕੇ ਸਿੱਧੇ ਹੀ ਕਾਨੂੰਨ ਬਣਾ ਕੇ ਫੱਟੀ ਪੋਚ ਦਿੱਤੀ ਤੇ ਵਰਕਰ ਦੀ ਵੀ ਫੱਟੀ ਪੋਚ ਦਿੱਤੀ। ਉਦੋਂ ਤੇ ਇਹਨਾਂ ਨੇ ਉਂਝ ਉਹਨਾਂ ਦੇ ਵਿਰੋਧੀ ਹਾਰ ਫਾਰ ਦੇ ਕਾਨੂੰਨ ਲਿਆਂਦੇ ਸੀਗੇ 2014 ਚ, ਐਤਕੀ ਕਿ ਸਾਰੇ ਕਾਨੂੰਨ ਹੀ ਠੱਪ ਕਰਕੇ 4 ਲੇਬਰ ਕੋਡ ਬਣਾਤੇ। ਇਹਨੂੰ ਕਹਿੰਦੇ ਆ ਲਿਬਰਲ ਏਜੰਡਾ, ਥੈਚਰਿਜ਼ਮ ਦਾ ਮਤਲਬ ਕਿ ਸਾਰੀ ਚੀਜ਼ ਨੂੰ ਮਾਰਕੀਟ ਤੇ ਛੱਡ ਦਿਓ, ਸਰਕਾਰ ਸਿਰਫ ਆਪਣਾ ਉੱਪਰ ਬੈਠੇ ਔਰ ਕਾਰਪੋਰੇਟਾਂ ਦੇ ਦਲਾਲਾਂ ਦੇ ਤੌਰ ਤੇ, ਉਹਨਾਂ ਦੇ ਜਿਸ ਤਰੀਕੇ ਨਾਲ ਕਮਿਸ਼ਨ ਏਜੰਟ ਦੇ ਤੌਰ ਤੇ ਕੰਮ ਕਰੇ, ਔਰ ਬਾਕੀ ਸਾਰਾ ਉਹਨਾਂ ਨੂੰ ਸਿੱਧਾ ਜੋ ਉਹਨਾਂ ਨੇ ਕਰਨਾ, ਜਿਹਨੂੰ ਮਾਰਨਾ ਜਿਹਨੂੰ ਰੱਖਣਾ ਕਰਨਾ। ਇਹਦਾ ਰਿਜ਼ਲਟ ਇਹ ਨਿਕਲੂਗਾ ਕਿ ਆਮ ਬੰਦਾ ਜਿਹੜਾ ਰੋਟੀ ਖਾ ਰਿਹਾ, ਭਾਵੇਂ ਕਿਸਾਨ ਆ, ਭਾਵੇਂ ਰੇੜੀ ਫੜੀ ਵਾਲਾ, ਭਾਵੇਂ ਛੋਟੇ ਜਿਹੜੇ ਆ ਝੁੱਗੀ ਝੌਂਪੜੀ ਜਾਂ ਜਿਹੜੇ ਛੋਟੀਆਂ ਮਾਰਕੀਟਾਂ, ਕੋਈ ਬਰਾਂਡਿਆਂ 'ਚ ਬੈਠਾ, ਕੋਈ ਰਿਕਸ਼ਾ ਪੁੱਲ ਰਿਹਾ, ਇਹ ਸਾਰੇ ਖਤਮ ਹੋ ਜਾਣਗੇ। ਉਬਰ ਆ ਗਿਆ ਨਾ, ਹੁਣ ਜਗ੍ਹਾ ਉਬਰ ਆ ਗਿਆ, ਉਹਨੇ ਆਟੋਆਂ ਦੇ ਉੱਤੇ ਸਿੱਧਾ ਅਸਰ ਪਾਇਆ, ਕਿਉਂਕਿ ਆਟੋ ਨਾਲੋਂ ਸਸਤੀ ਕਾਰ ਆ। ਅਗਲਾ ਕਹਿੰਦਾ ਯਾਰ ਮੈਂ ਕਾਰ 'ਚ ਜਾਊਂਗਾ, ਮੈਂ ਕਹਿੰਦਾ ਆਟੋ ਤੇ ਜਾਣਾ। ਇਸੇ ਤਰੀਕੇ ਨਾਲ ਹਰ ਆਮ ਆਦਮੀ ਦਾ ਜਿਹੜਾ ਜੀਵਨ, ਪਕੌੜਿਆਂ ਵਾਲੇ ਤੋਂ ਲੈ ਕੇ, ਜਿਹੜਾ ਮੋਦੀ ਕਹਿੰਦਾ ਪਕੌੜੇ ਬਣਾਓ, ਉਹਦੇ ਤੋਂ ਲੈ ਕੇ ਇਹ ਠੱਪ ਹੋ ਜਾਊਗਾ। ਉਹਨੂੰ ਕਹਿਣਗੇ ਲਓ ਜੀ ਤੁਸੀਂ ਤੁਹਾਡੇ ਭਾਂਡੇ ਇਹੋ ਜਿਹੇ ਹੋਣੇ ਚਾਹੀਦੇ ਆ, ਇੱਥੇ ਇੰਨੀ ਹਾਈਜੀਨ ਹੋਣੀ ਚਾਹੀਦੀ ਆ, ਇਹਦੇ ਚ ਇੰਨਾ ਲੂਣ ਪਕੌੜੇ ਚ ਹੋਣਾ ਚਾਹੀਦਾ, ਇਹੋ ਜਿਹੀ ਮਿਰਚ ਹੋਣੀ ਚਾਹੀਦੀ ਆ, ਤੇਲ ਫਲਾਨਾ ਹੋਣਾ ਚਾਹੀਦਾ। ਇੰਨਾ ਨਾ ਨੱਕ 'ਚ ਦਮ ਕਰ ਦੇਣਗੇ, ਉਹ ਚੱਕ ਲੂ ਰੇ ਛਾਬੜੀ, ਰੋਜ਼ ਆ ਕੇ ਇੰਸਪੈਕਟਰ ਉਹਦਾ ਚਲਾਨ ਕਰੂਗਾ। ਜਾਣੀ ਇਸ ਪਾਸੇ ਨੂੰ ਪੂਰੇ ਦੇਸ਼ ਨੂੰ ਲੈ ਕੇ ਚੱਲੇ ਹੋਏ ਆ ਕਿ ਕੁਝ ਕੁ ਲੋਕ ਇਸ ਸਾਰੇ ਦੇਸ਼ ਦੀ ਧਨ ਦੌਲਤ ਦੇ ਉੱਤੇ ਵੀ ਕਬਜ਼ਾ ਹੋ ਜਾਏ, ਔਰ ਸਾਰੀ ਲੇਬਰ ਵੀ ਉਹ ਜਿਹਨੂੰ ਰੱਖਣਾ ਰੱਖਣ, ਜਿਹਨੂੰ ਮਰਜ਼ੀ ਕੱਢਣਾ ਕੱਢਣ। ਇਹ ਸਾਰੇ ਜਿਹੜੀ ਵਿਵਸਥਾ ਆ ਉਹਦੇ ਤੇ ਉਹਦਾ ਕੰਟਰੋਲ ਕੁਝ ਚੰਦ ਲੋਕਾਂ ਦਾ ਕਰਾਉਣਾ ਚਾਹੁੰਦੇ ਆ। ਉਹਦੇ 'ਚ ਹੀ ਕਿਸਾਨ ਪਰੇਸ਼ਾਨ ਆ। DAP ਦਾ ਮਸਲਾ ਉੱਥੇ ਆ, ਜਿਹੜੇ ਕਿਸਾਨ ਨੇ ਆਪਣੀ ਅੱਗ ਲਾਈ ਆ, ਜਿਹੜੀ ਵਰਨ ਗਾਂਧੀ ਦੀ ਗੱਲ ਕਹਿੰਦੇ ਆ, ਤੁਸੀਂ ਸੋਚ ਕੇ ਦੇਖੋ ਕਿ ਜਿਹਨੇ ਆਪਣੇ ਬੱਚਿਆਂ ਵਾਂਗੂ ਆਪਣੀ ਫਸਲ ਪਾਲੀ ਹੋਵੇ, ਉਸਨੇ ਗਾਂ ਪਹਿਲਾਂ ਹੀ ਕਰਜ਼ਾ ਲਿਆ। ਹਰ ਕਿਸਾਨ ਨੇ ਵਾਣ ਖਾਧਾ, ਉਹਨਾਂ ਨੇ ਪਹਿਲਾਂ ਹੀ ਕਰਜ਼ਾ ਲਿਆ, ਆੜਤੀਆਂ ਤੋਂ ਲਿਆ ਹੁੰਦਾ। ਉਹਨਾਂ ਨੇ ਵੇਲੇ ਸਿਰ ਫਸਲ ਵੇਚਣੀ ਹੁੰਦੀ ਆ। ਉਹ 15 ਦਿਨ ਰੁਲ ਗਿਆ, ਉਹਨੂੰ ਗੁੱਸਾ ਆਇਆ, ਨਿਰਾਸ਼ ਹੋਇਆ, ਰੱਬ ਜਾਣੇ ਕੀ ਹੋਇਆ, ਤੇ ਉਹਨੂੰ ਲੱਗਾ ਕਿ ਜੇ ਇੰਨੀ ਬੇਇੱਜ਼ਤੀ ਹੋਣੀ ਆ ਇਹਦੇ ਨਾਲ, ਤਾਂ ਤੁਸੀਂ ਫਿਰ ਸਾੜ ਦਿਓ। ਜਾਣੀ ਇਹ ਨਾ ਸਮਝੋ ਕਿ ਉਹਨੇ ਫਸਲ ਸਾੜੀ ਆ, ਆਪਣੇ ਅਰਮਾਨ, ਆਪਣਾ ਵੇਖ, ਆਪਣੀ ਉਮੀਦ ਨੂੰ ਅੱਗ ਲਾਈ ਆ। ਬਿਲਕੁਲ ਇਹ ਸਰਕਾਰਾਂ ਨੂੰ ਅਜੇ ਪੂਰਾ ਪਰ ਵੀ ਸ਼ਰਮ ਨਹੀਂ, ਪੂਰਾ ਪਰ ਤਰਸ ਨਹੀਂ, ਪੂਰਾ ਪਰ ਦਇਆ ਨਹੀਂ। ਕਦੀ ਨਹੀਂ ਉਹਨੂੰ ਮਿਲਣਗੇ ਜਾ ਕੇ ਕਿ ਉਹਨੂੰ ਪੁੱਛਣਗੇ ਕਿ ਤੈਨੂੰ ਕੀ ਹੋਇਆ, ਤੂੰ ਕਿਉਂ ਐਡਾ ਵੱਡਾ ਕਦਮ ਲਿਆ। ਇਹੀ ਕਿਸਾਨ ਹਤਾਸ਼ ਹੋ ਕੇ ਆਤਮ ਹੱਤਿਆ ਵੀ ਕਰ ਰਹੇ ਆ। ਤੇ ਕੁੱਲ ਮਿਲਾ ਕੇ ਜਿਹੜੀ ਕਿਸਾਨ ਦੀ ਸਟੋਰੀ ਜਿਹੜੀ ਤੁਸੀਂ ਅੱਜ ਸ਼ੁਰੂ ਕੀਤਾ ਮੁੱਦਾ, ਮੇਰੇ ਬੜਾ ਦਿਲ ਦੇ ਨੇੜੇ। ਮੈਂ ਕਾਫੀ ਪੜ੍ਹਾਉਂਦਾ ਰਿਹਾ ਕਿਸਾਨੀ ਬਾਰੇ, ਪੜ੍ਹਦਾ ਵੀ ਰਿਹਾ, ਮੂਵਮੈਂਟਸ ਬਾਰੇ ਪੜ੍ਹਦਾ ਰਿਹਾ,
ਤੇ ਸੁਖਵਿੰਦਰ ਮੈਨੂੰ ਇਸ ਗੱਲ ਦਾ ਥੋੜਾ ਅਹਿਸਾਸ ਇਹ ਹੈ ਕਿ ਕਿਸਾਨੀ ਇਹ ਇੱਕ ਅਲੱਗ ਸੰਸਾਰ ਆ ਪੂਰਾ। ਬਿਲਕੁਲ ਇਸ ਨੂੰ ਤੁਸੀਂ ਫੈਕਟਰੀਆਂ ਵਾਲੇ, ਬਿਜ਼ਨਸ ਵਾਲੇ ਜਾਂ ਪੋਲੀਟੀਸ਼ੀਅਨ ਜਿਹੜੇ ਕਿਸਾਨ ਬੈਕਗ੍ਰਾਉਂਡ ਤੋਂ ਪੋਲੀਟੀਸ਼ੀਅਨ ਨਹੀਂ ਆ, ਉਹ ਨਹੀਂ ਸਮਝ ਸਕਦੇ। ਉਹਨਾਂ ਲਈ ਹਰ ਇੱਕ ਚੀਜ਼ ਪੈਸਾ ਪੈਸਾ, ਨਫਾ ਘਟਾਓ, ਜਮਾ, ਇਹੀ ਚੀਜ਼ਾਂ ਨਜ਼ਰ ਆਉਂਦੀਆਂ। ਇਸ ਲਈ ਮੈਨੂੰ ਐਂ ਲੱਗਦਾ ਕਿ ਸਾਡੇ ਦੇਸ਼ ਦੀ ਬਿਊਟੀ, ਸਾਡੇ ਦੇਸ਼ ਦੀ ਜੇ ਕੋਈ ਸ਼ਕਤੀ ਹੈਗੀ, ਜੇ ਸਾਡਾ ਦੇਸ਼ ਮਹਾਨ ਹੈਗਾ, ਤਾਂ ਇਹਨਾਂ ਪਿੰਡਾਂ ਤੇ ਕਿਸਾਨ ਵੀਰਾਂ ਕਰਕੇ ਹੈਗਾ। ਜੇ ਇਹਨਾਂ ਨੂੰ ਉਜਾੜਤਾ, ਇੱਥੇ ਕੋਈ ਜਾਣੀ ਥੁੱਕਣ ਵੀ ਨਹੀਂ ਆਊਗਾ। ਇਹ ਤੇ ਕਹਿੰਦੇ ਨਾ ਸਾਡਾ ਦੇਸ਼ ਮਹਾਨ, ਇੰਨਾ ਜ਼ਿਆਦਾ ਉਜਾੜਾ ਤੇ ਮਾੜਾ ਹਾਲ ਹੋਊਗਾ, ਕਿਉਂਕਿ ਇਹ ਇੱਕ ਬਹੁਤ ਵੱਡਾ ਸਾਡੇ ਦੇਸ਼ ਨਾਲ, ਸਾਡੇ ਦੇਸ਼ ਦੇ ਲੋਕਾਂ ਨਾਲ ਧੱਕਾ ਤੇ ਇੱਕ ਉਹਨਾਂ ਦੇ ਨਾਲ ਜ਼ੁਲਮ ਹੋਊਗਾ। ਹਾਂਜੀ ਸੁਖਵਿੰਦਰ। ਬਿਲਕੁਲ ਬਿਲਕੁਲ ਕਿਸਾਨ ਦੀ ਫਸਲ ਮਰਨੀ ਕਹਿ ਸਕਦੇ ਆ ਕਿ ਜਵਾਨ ਪੁੱਤ ਮਰਨ ਦੇ ਬਰਾਬਰ ਹੁੰਦੀ ਹੈ। ਜਿਨ੍ਹਾਂ ਦਾ ਪਿਛੋਕੜ ਹੈ ਕਿਸਾਨੀ ਦਾ, ਪਿੰਡਾਂ ਦਾ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ। ਸ਼ਹਿਰੀ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਪੈਣਾ, ਜਿਹੜੇ ਜੇ ਉਹਨਾਂ ਦੀ 1 ਮਹੀਨਾ ਤਨਖਾਹ ਤੇ ਦੂਜੇ ਮਹੀਨੇ ਜੀਬ ਨਿਕਲ ਜਾਂਦੀ ਹੈ, ਆਸ ਹੀ ਨਹੀਂ ਕੋਈ ਹੁੰਦੀ। ਸਾਲ ਬਾਅਦ ਇਨਕਰੀਮੈਂਟ ਦੀ ਵੇਟ ਹੁੰਦੀ ਹੈ ਕਿ ਕੁਝ ਲੱਗ ਜੇ ਮਾੜਾ ਮੋਟਾ, ਪਰ ਕਿਸਾਨਾਂ ਨੇ 6 ਮਹੀਨੇ ਫਸਲ ਪਾਲਣੀ ਹੈ ਤੇ ਜੇ ਉਸ ਤੋਂ ਬਾਅਦ ਵੀ ਜਾ ਕੇ ਉਹਨਾਂ ਦੀ ਫਸਲ ਸਾਰੀ ਉਹ ਖਤਮ ਹੋ ਜਾਂਦੀ ਹੈ, ਆੜਤੀਏ ਨੂੰ ਦੇਣ ਵਾਲਾ ਪੈਸਾ ਉੱਥੇ ਦਾ ਉੱਥੇ ਕੱਢਦਾ, ਫਿਰ ਉਹਨਾਂ ਨੂੰ ਮਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਲੱਭਦਾ। ਹਾਲਾਂਕਿ ਖੁਦਕੁਸ਼ੀ ਕੋਈ ਹੱਲ ਨਹੀਂ, ਪਰ ਉਹ ਕਰਨ ਕੀ? ਨਾ ਸਰਕਾਰਾਂ ਸੁਣਦੀਆਂ, ਨਾ ਇਧਰਲੇ ਪਾਸੇ ਪ੍ਰਸ਼ਾਸਨਿਕ ਅਮਲਾ ਸੁਣਦਾ। ਫਿਰ ਪਰਿਵਾਰ ਦੇ ਵੱਲ ਮੂੰਹ ਵੱਲ ਤੱਕਦੇ ਨੇ, ਬੱਚਿਆਂ ਵੱਲ ਤੱਕਦੇ ਨੇ, ਤਾਂ ਉਹ ਕੋਈ ਨਾ ਕੋਈ ਕਦਮ ਇਹੋ ਜਿਹਾ ਚੁੱਕ ਲੈਂਦੇ ਨੇ। ਪ੍ਰੋਫੈਸਰ ਸਾਹਿਬ, ਇਹਦੇ ਵਿਚਾਲੇ ਅਸੀਂ ਜਦੋਂ ਪੰਜਾਬ ਦੀ ਸਿਆਸਤ ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੋਪੜ ਦੇ ਉੱਤੇ ਟੋਲ ਪਲਾਜ਼ੇ ਤੇ ਕਿਸਾਨਾਂ ਦੇ ਵਿੱਚ ਆ ਕੇ ਬੈਠੇ, ਆ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਿਸਾਨਾਂ ਦੀ ਹਾਲਾਤ ਨੂੰ ਲੈ ਕੇ ਸਟੋਰੀਆਂ ਛਪਦੀਆਂ ਆਉਂਦੀਆਂ। ਪਹਿਲਾਂ ਵੀ ਚੰਨੀ ਸਾਹਿਬ ਜਦੋਂ ਕੈਬਨਿਟ ਮੰਤਰੀ ਸੀ ਉਦੋਂ ਵੀ ਪੜ੍ਹਦੇ ਹੋਣੇ। ਆ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਕਿ ਕਿੰਨੇ ਕਿਸਾਨ ਖੁਦਕੁਸ਼ੀਆਂ ਕਰ ਗਏ। ਇਸ ਤੋਂ ਇਲਾਵਾ ਹੋਰ ਵੀ ਜਿਵੇਂ ਤੁਸੀਂ ਦੱਸਿਆ ਕਿਸਾਨ ਖੁਦਕੁਸ਼ੀਆਂ ਹਰ ਰੋਜ਼ ਕਰ ਰਹੇ ਨੇ। ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਬਾਹਰ ਜਾ ਕੇ ਕਿਸਾਨਾਂ ਨੇ ਧਰਨਾ ਲਾਇਆ। ਜ਼ਮੀਨ ਐਕਵਾਇਰ ਵਾਲੇ ਕਿਸਾਨ ਬੈਠੇ ਨੇ, ਉਹ ਕਹਿੰਦੇ ਸਾਡੇ ਨਾਲ ਸਰਕਾਰ ਗੱਲ ਕਰੇ। ਸਰਕਾਰ ਸਮਾਂ ਦੇ ਕੇ ਅੱਗੇ ਅੱਗੇ ਪਾਈ ਜਾਂਦੀ ਹੈ, ਜੋ ਕੈਪਟਨ ਸਾਹਿਬ ਦੇ ਵੇਲੇ ਹੁੰਦਾ ਸੀ। ਉਹ ਕਹਿੰਦੇ ਸੁਧਰਿਆ ਕੀ? ਤੁਸੀਂ ਵਿੱਚ ਆ ਕੇ ਬਹਿ ਕੇ ਫੋਟੋਆਂ ਲਵਾ ਲਈਆਂ, 4 ਚਰਚਾ ਉਹਦੇ ਤੇ ਹੋ ਜਾਣੀ ਹੈ ਮੀਡੀਆ ਦੇ ਵਿੱਚ, ਪਰ ਮਸਲੇ ਦਾ ਹੱਲ ਕਿਉਂ ਨਹੀਂ ਕਰਦੇ? ਕਿਉਂ ਨਹੀਂ ਕਿਸਾਨਾਂ ਦੀ ਸੰਪੂਰਨ ਕਰਜ਼ਾ ਮਾਫੀ ਕਰਦੇ? ਚਾਬੀ ਹੁਣ ਤੁਹਾਡੇ ਹੱਥ ਹੈ, ਖਜ਼ਾਨਾ ਕਹਿੰਦੇ ਭਰਿਆ। ਦੇਖੋ, ਤੇ ਇਹਨਾਂ ਨੇ ਗੱਪ ਮਾਰੀ ਸੀਗੀ ਤੇ ਚੰਨੀ ਨੂੰ ਇਮਾਨਦਾਰੀ ਨਾਲ ਮਾਫੀ ਮੰਗ ਲੈਣੀ ਚਾਹੀਦੀ ਹੈ। ਨਾਲੇ ਹੁਣ ਤੇ ਇਹਨਾਂ ਲਈ ਮੌਕਾ ਹੀ ਬਹੁਤ ਤਕੜਾ ਕਿ ਜਿਹਨੇ ਵਾਅਦਾ ਕੀਤਾ ਸੀ ਉਹ ਗਿਆ, ਅਸੀਂ ਉਹਨੂੰ ਪਨਿਸ਼ ਕਰਤਾ, ਉਹਨੂੰ ਅਸੀਂ ਬਾਹਰ ਕਰਤਾ। ਅਸੀਂ ਹੁਣ ਵਾਅਦਾ ਸੋਚ ਸਮਝ ਕੇ ਕਰਾਂਗੇ। ਤੁਹਾਡਾ ਕੀ ਖਿਆਲ ਹੈ ਕਿ 70-80 ਹਜ਼ਾਰ ਕਰੋੜ ਰੁਪਇਆ ਸਰਕਾਰ ਨੇ ਮਾਫ ਕਰ ਦੇਣਾ? ਪਹਿਲੇ ਦਿਨ ਤੋਂ ਅਸੀਂ ਇਹ ਰੌਲਾ ਪਾਉਣਾ ਸ਼ੁਰੂ ਕੀਤਾ ਸੀਗਾ ਕਿ ਇਹ ਵੱਧ ਤੋਂ ਵੱਧ 5 ਸਾਲਾਂ 'ਚ 10,000 ਕਰੋੜ ਰੁਪਇਆ ਮਾਫ ਕਰਨਗੇ। ਯਾਨੀ ਤੁਸੀਂ ਇੰਜ ਸਮਝ ਲਓ 12-14% ਕਰ ਦੇਣਗੇ। ਮੈਨੂੰ ਤਾਂ ਲੱਗਦਾ ਜੇ ਉਹਨਾਂ ਪੂਰਾ ਕਰ ਦਿੰਦੇ ਉਹ ਵੀ ਤਾਂ ਕਾਫੀ ਸੀਗਾ। ਉਹਨਾਂ ਵੀ ਨਹੀਂ ਕੀਤਾ। ਇਹਨਾਂ ਤੇ 5,500 ਕਰੋੜ ਹੀ ਤਕਰੀਬਨ ਕੀਤਾ। ਆ ਕੁਝ ਕੁ ਪਿੱਛੇ ਜੇ ਹੁਣ ਕੀਤਾ। ਉਹ ਇੰਜ ਇਸ ਤਰੀਕੇ ਨਾਲ ਕਰ ਲਿਆ ਕਿ ਜਿਹੜੇ ਬਿਲਕੁਲ 2-2 ਲੱਖ ਰੁਪਈਆ ਜਿਨ੍ਹਾਂ ਦੇ ਥੱਲੇ ਵਾਲੇ ਸੀ, ਜਿਹੜੇ ਛੋਟੇ ਸੀਗੇ, ਉਹਨਾਂ ਦਾ ਨੰਬਰ ਬਹੁਤ ਆ ਗਿਆ। ਉਹ ਰਾਜਨੀਤਿਕ ਤੌਰ ਤੇ ਉਹਦਾ ਲਾਹਾ ਲੈ ਲਿਆ। ਚਲੋ ਹੁਣ ਕੀ ਕਰਨਾ, ਉਹ ਜਾਂਦੇ ਚੋਰ ਦੀ ਲੰਗੋਟੀ ਸਹੀ। ਜੇ ਹੁਣ ਉਹ ਪੂਰਾ ਨਹੀਂ ਹੋ ਗਿਆ ਤੇ ਹੁਣ ਜਿਹੜਾ 5.5-6 ਹਜ਼ਾਰ ਕਰੋੜ ਰੁਪਈਆ ਜਿੰਨਾ ਵੀ ਦਿੱਤਾ ਉਸੇ ਦੇ ਨਾਲ ਹੀ ਸਬਰ ਕਰ ਲਓ। ਬਾਕੀ ਤੇ ਇਹਨਾਂ ਦੀ ਸ਼ਰੇਆਮ ਗੱਪ ਸੀਗੀ। ਪਰ 10,000 ਕਰੋੜ ਦਾ ਤੇ ਮਨਪ੍ਰੀਤ ਨੇ ਇੱਕ ਕਿਸਮ ਦਾ ਅਨਾਉਂਸ ਹੀ ਕਰਤਾ ਸੀ ਵੀ ਇੰਨਾ ਕੁ ਅਸੀਂ ਇਸ ਤਰੀਕੇ ਨਾਲ ਦੇਵਾਂਗੇ। ਉਹ ਵੀ ਸਾਹ ਟੁੱਟ ਗਿਆ। ਉਹਦੇ 'ਚ ਵੀ ਜਾਣੀ ਪੂਰਾ 10,000 ਕਰੋੜ ਨਹੀਂ ਦੇ ਸਕੇ, ਨਾ ਇਹਨਾਂ ਨੇ ਦੇਣਾ। ਜਿਹੜੀ ਤੁਹਾਡੀ ਹੁਣ ਰੋਜ਼ਮਰਾ ਦਾ ਜਿਹੜਾ ਕੋਈ ਦੇਣਾ ਪੈਂਦਾ, ਸਾਰਾ ਕੋਈ ਫਸਲ ਤਬਾਹ ਹੋ ਜੇ, ਉਹ ਇੱਕ ਪ੍ਰੋਪਰ ਪ੍ਰੋਸੀਜਰ ਹੈਗਾ। ਪਰ ਉਹਦੇ 'ਚ ਤੁਹਾਡੀ ਗੱਲ ਠੀਕ ਹੈ, ਫੋਟੋਆਂ ਲੱਥ ਰਹੀਆਂ, ਅਜੇ ਕਾਫੀ ਰੌਲਾ ਵਿਰੋਧੀ ਪਾਰਟੀਆਂ ਪਾ ਰਹੀਆਂ ਕਿ ਰਾਹਤ ਐਕਚੁਅਲੀ ਧਰਾਤਲ ਤੇ ਦੇਣੀ ਉਹ ਨਹੀਂ ਪਹੁੰਚ ਰਹੀ। ਉਹ ਬਿੱਲਾਂ ਬਾਰੇ ਵੀ ਗੱਲ ਕਹੀ ਸੀ 1,500 ਕਰੋੜ ਰੁਪਏ ਦਾ, ਕਿ ਪੁਰਾਣੇ ਬਿੱਲ ਜਿਹੜੇ ਤੁਹਾਡੇ ਮੀਟਰ ਪੱਟ ਕੇ ਲੈ ਗਏ ਉਹ ਮੀਟਰ ਲੱਗਣਗੇ, ਉਹ ਹੁਣ ਤੋਂ ਤੁਸੀਂ ਬਿੱਲ ਦੇਣੇ ਸ਼ੁਰੂ ਕਰੋ। ਪੁਰਾਣਾ ਜਿਹੜਾ 2 ਕਿਲੋਵਾਟ ਦਾ ਡਿਊ ਵਾਲਾ ਸਾਰਾ ਮੈਂ ਕਹਿ ਦੂੰਗਾ, ਉੱਤੇ ਲਿਖਿਆ ਜ਼ਰੂਰ ਆਊਗਾ ਕਹਿੰਦੇ, ਪਰ ਦਊਗੀ ਸਰਕਾਰ, ਤੁਹਾਨੂੰ ਚਿੰਤਾ ਨਹੀਂ ਹੈ। ਹੁਣ ਅਜੇ ਅਸੀਂ ਉਸ ਤਰੀਕੇ ਨਾਲ ਸੁਖਵਿੰਦਰ ਇਸ ਸਰਕਾਰ ਦੀ ਪੂਰੀ ਭਰਸਣਾ ਨਹੀਂ ਕਰ ਸਕਦੇ। ਜੇ ਕੋਈ ਇਹ ਪਹਿਲਾਂ ਤੋਂ ਬਣੇ ਹੁੰਦੇ ਇਹ ਸਰਕਾਰ ਤੇ ਅਸੀਂ ਕਰ ਸਕਦੇ। ਹੁਣ ਇੱਕ ਨਵਾਂ ਮਾਮਲਾ ਸਾਹਮਣੇ ਵਿਰੋਧੀ ਪਾਰਟੀਆਂ ਖੜਾ ਕਰ ਰਹੀਆਂ ਵੀ ਇਹ ਨਵੀਂ ਸਰਕਾਰ ਥੋੜੀ ਆ, ਇਹ ਤੇ ਪੁਰਾਣੀ ਸਰਕਾਰ ਹੈਗੀ ਆ। ਵੀ ਪੁਰਾਣੇ ਇਹ ਮਿਨਿਸਟਰ ਬਣੇ ਸੀ, ਪੁਰਾਣੇ ਹੀ ਇਹ ਚੱਲੇ ਆਉਂਦੇ ਸੀਗੇ, ਤੇ ਹੁਣ ਇਹ ਆਪਣੇ ਆਪ ਨੂੰ ਨਵਾਂ ਕਿਵੇਂ ਕਰਦੇ ਆ? ਇਹ ਤੇ ਇੰਜ ਲੱਗਦਾ ਕਿ ਇਹ ਤੇ ਇੰਜ ਕਰ ਰਹੇ ਕਿ ਜਿਵੇਂ ਨਵੀਂ ਸਰਕਾਰ ਚੁਣ ਕੇ ਆਈ ਹੋਵੇ। ਪਰ ਮੇਰਾ ਖਿਆਲ ਹੈ ਕਿ ਦੇਖੋ ਥੋੜਾ ਜਿਹਾ ਮਾਰਜਨ ਇੱਥੇ ਵੀ ਦੇਣਾ ਚਾਹੀਦਾ। ਅਮਰਿੰਦਰ ਨੇ ਕਿਸੇ ਨੂੰ ਕੁਛ ਨਾ ਪੁੱਛਿਆ ਨਾ ਕਰਨ ਦਿੱਤਾ।
ਸਾਡੇ ਨੁਕਸ ਐਡਾ ਜ਼ਿਆਦਾ ਭਾਰੀ ਹੈਗਾ, ਸਾਡੀ ਡੈਮੋਕ੍ਰੇਸੀ ਦੇ ਸਿਸਟਮ ਦੀ ਗੱਲ ਕਰਦੇ ਹਾਂ ਕਿ ਚੀਫ ਮਿਨਿਸਟਰ ਨੂੰ ਇੰਨੀਆਂ ਸ਼ਕਤੀਆਂ ਦੇਤੀਆਂ, ਉਹ ਵਰਚੁਅਲੀ ਮਹਾਰਾਜਾ ਬਣ ਜਾਂਦਾ, ਉਹ ਚੀਫ ਮਿਨਿਸਟਰ ਨਹੀਂ ਰਹਿੰਦਾ। ਜਿਹੜੇ ਮਰਜ਼ੀ ਮਿਨਿਸਟਰ ਨੂੰ ਹਟਾ ਦੇ, ਜਿਹੜੇ ਮਰਜ਼ੀ ਮਿਨਿਸਟਰ ਨੂੰ ਰੱਖ ਲੈ, ਜਿਹੜੇ ਮਰਜ਼ੀ ਮਿਨਿਸਟਰ ਦੀਆਂ ਕੰਮ ਨੂੰ ਜਿਹੜਾ ਬਿਊਰੋਕ੍ਰੇਸੀ ਜਿਹੜੀ ਆ ਉਹਨੂੰ ਰਿਸਪੌਂਡ ਨਾ ਕਰੂਗੀ ਤੇ ਕਿਵੇਂ ਕਰੂਗਾ? ਤੇ ਬਿਊਰੋਕ੍ਰੇਸੀ ਦੇ ਕੰਨ 'ਚ ਹੀ ਕਹਿ ਦੋ ਕਿ ਫਲਾਣੇ ਮਿਨਿਸਟਰ ਦਾ ਕੋਈ ਕੰਮ ਨਹੀਂ, ਫਾਈਲ ਨਹੀਂ ਅੱਗੇ ਚੱਲਣ ਦੇਣੀ, ਉਹ ਹੱਥੜਾ ਮਾਰ ਕੇ ਰੋਂਦਾ ਰੋਂਦਾ ਮੱਥੇ ਨਾਲ ਸਿਰ ਮਾਰੀ ਜਾਊਗਾ, ਕਰ ਕੁਛ ਨਹੀਂ ਸਕੂਗਾ। ਇਹ ਹੁੰਦਾ ਰਿਹਾ। ਇਸ ਕਰਕੇ ਬਹੁਤਾ ਇਹ ਤੇ ਕੈਪਟਨ ਦੇ ਬੇੜੀਆਂ 'ਚ ਵੱਟੇ ਪਏ ਆ, ਉਹਨੇ ਨਹੀਂ ਕਿਸੇ ਨੂੰ ਵੀ ਬਹੁਤਾ ਕੰਮ ਕਰਨ ਦਿੱਤਾ। ਪਰ ਹੁਣ ਵੀ ਮੈਂ ਨਹੀਂ ਇਹ ਕਹਿੰਦਾ ਕਿ ਇਹ ਸਾਰੇ ਜਿਹੜੇ ਆਏ ਆ ਇਹ ਬਹੁਤ ਐਫੀਸ਼ੀਐਂਟ ਤੇ ਬਹੁਤ ਕੁਝ ਕਰ ਦੇਣਗੇ, ਪਰ ਫਿਰ ਵੀ ਇਹਨਾਂ ਨੂੰ ਇੱਕ ਖਾਸ ਕਰਕੇ ਚੰਨੀ ਦਾ ਮੈਂ ਪਰਸਨਲੀ ਜਿਹੜਾ ਕਹਿਣਾ, ਉਹਦਾ ਅੱਗੇ ਆਉਣਾ ਇਹ ਇੱਕ ਨਵਾਂ ਫਿਨੋਮੀਨਾ, ਉਹਨੂੰ ਪਹਿਲੀ ਵਾਰੀ ਚਾਂਸ ਮਿਲਿਆ ਔਰ ਇਹਨਾਂ ਦੀ ਪਰਫਾਰਮੈਂਸ ਐਜ਼ ਕਾਂਗਰਸੀ ਨਹੀਂ, ਐਜ਼ ਐਸਸੀ ਭਾਈਚਾਰੇ ਚੋਂ, ਇੱਕ ਗਰੀਬ ਭਾਈਚਾਰੇ ਚੋਂ ਜਿਹਨੂੰ ਉਹ ਆਮ ਆਦਮੀ ਕਹਿੰਦੇ ਆ, ਉਹਦੇ ਚ ਆਉਣ ਕਰਕੇ ਉਹ ਪਰਫਾਰਮੈਂਸ ਇਹਨਾਂ ਦੀ ਦੂਜਿਆਂ ਪਿੱਛੇ ਜਿੰਨੇ ਵੀ ਚੀਫ ਮਿਨਿਸਟਰ ਜਾਂ ਸਰਕਾਰਾਂ ਹੋਈਆਂ ਉਹਦੇ ਨਾਲ ਮੱਚ ਬੈਟਰ ਹੋਣੀ ਚਾਹੀਦੀ ਹੈ। ਇਹ ਗੱਲ ਲੋਕਾਂ ਨੂੰ ਜ਼ਰੂਰ ਚੁੱਭਦੀ ਹੈ। ਇਹਦੇ ਹੁਣ ਦੋਵੇਂ ਪੱਖ ਆ, ਇਹ ਆਮ ਬੰਦਿਆਂ 'ਚ ਬਹਿੰਦਾ ਜਾ ਕੇ ਆਪਣੇ ਮੁੰਡੇ ਦੀ ਸ਼ਾਦੀ ਵੀ ਬਿਲਕੁਲ ਹੀ ਥੱਲੇ ਤੱਪੜ ਤੇ ਬਹਿ ਕੇ ਰੋਟੀ ਪਾਣੀ ਖਾ ਕੇ ਕਰ ਲਈ, ਨਹੀਂ ਤੇ ਲੋਕ ਢਮ ਢਮਈਆ ਕਰਦੇ ਆ, ਕਰੋੜਾਂ ਰੁਪਈਆ ਫਲਾਨਾ ਮਿਨਿਸਟਰ ਆਏ ਮੇਰੇ ਮੁੰਡੇ ਦੀ ਸ਼ਾਦੀ ਦੇ, ਚੀਫ ਮਿਨਿਸਟਰ ਆਏ, ਪ੍ਰਧਾਨ ਮੰਤਰੀ ਆਏ, ਇਹੋ ਜਿਹੀਆਂ ਗੱਲਾਂ ਕਰਦੇ ਬਥੇਰਾ ਅੱਜ ਕੱਲ੍ਹ ਇਹ ਬਣਿਆ, ਭੋਗਾਂ ਤੇ ਵੀ ਸ਼ਾਦੀਆਂ ਤੇ ਵੀ। ਹੁਣ ਇਹ ਜੇ ਗੱਲ, ਇਹ ਇੱਕ ਸਾਦਗੀ ਦਿਖਾ ਰਹੇ ਆ, ਇੱਕ ਆਮ ਬੰਦੇ ਵਾਲੇ ਜੀਵਨ ਵਾਂਗੂ ਹਰ ਬਜ਼ੁਰਗ ਔਰਤ ਨੂੰ ਮਿਲਦੇ, ਫਲਾਣੇ ਨੂੰ ਮਿਲਦੇ ਆ, ਮੈਨੂੰ ਤੇ ਕੋਈ ਬਹੁਤੀ ਮਾੜੀ ਗੱਲ ਨਹੀਂ ਲੱਗਦੀ ਆ। ਇਹਦੇ 'ਚ ਪੋਲਿਟਿਕਸ ਵੀ ਹੋਊਗੀ, ਮੈਂ ਨਹੀਂ ਕਹਿੰਦਾ, ਪਰ ਜੇ ਨਾ ਮਿਲੇ ਤੇ ਉਹ ਮਾੜੀ ਗੱਲ ਹੈ, ਜੇ ਮਿਲੇ ਤੇ ਠੀਕ ਹੈ, ਅਸੀਂ ਕਹਿ ਸਕਦੇ ਹਾਂ ਲਓ ਜੀ ਇਹਦੇ 'ਚ ਤੇ ਰਾਜਨੀਤੀ ਆ, ਫੋਟੋਆਂ ਖਿਚਾ ਰਹੇ ਆ, ਫੋਟੋ ਆਪ ਜ਼ਿਆਦਾ ਐਕਸਰਸਾਈਜ਼ ਹੁੰਦੀ, ਕੁਝ ਮਿਲ ਨਹੀਂ ਰਿਹਾ। ਮੇਰਾ ਖਿਆਲ ਮਾੜਾ ਮੋਟਾ ਜਿੰਨਾ ਕੁ ਤੁਰੰਤ ਆਪਣੇ ਤੌਰ ਤੇ ਕਰਨਾ ਚਾਹੀਦਾ ਉਹ ਕਰ ਵੀ ਰਿਹਾ, ਪਰ ਇਸ ਨੂੰ ਤੁਸੀਂ ਇਹ ਸਾਰਾ ਕੁਝ ਨਹੀਂ ਹੈ, ਸਰਕਾਰ ਦੀ ਪਰਫਾਰਮੈਂਸ ਤੇ ਬੇਸਿਕ ਮੁੱਦਿਆਂ ਤੇ ਹੋਣੀ ਚਾਹੀਦੀ, ਉਹ ਇਹਨਾਂ ਨੇ ਕੱਖ ਨਹੀਂ ਕਰ ਸਕਣਾ। ਨਾ ਇਹ ਡਰੱਗ ਦਾ ਕੁਝ ਕਰ ਸਕਣ, ਨਾ ਇਹ ਰੇਤਾ ਬਜਰੀ ਮਾਫੀਆ ਦਾ, ਤੇ ਇੱਕ ਆਰਡਰ ਕਰਨਾ ਕਿਉਂ ਨਹੀਂ ਕਰਦੇ ਪਈ? ਲੋਕ ਪੁੱਛਣਗੇ ਇਹਨਾਂ ਨੂੰ ਜਦੋਂ ਜਾਣਗੇ, ਉਹਦਾ ਕਿਉਂ ਨਹੀਂ? ਜਿਹੜੀ ਲੀਕਰ ਦਾ ਆ ਉਹ ਆਪਣੇ ਹੱਥ 'ਚ ਕਿਉਂ ਨਹੀਂ ਲੈਂਦੇ ਸਾਰੀ ਸੇਲ, ਉਸ ਦੀ ਕਾਰਪੋਰੇਸ਼ਨ ਬਣਾ ਕੇ ਆਪਣੇ ਹੱਥ 'ਚ ਕਿਉਂ ਨਹੀਂ ਲੈਂਦੇ? ਇਹਦਾ ਮਤਲਬ ਕਿਤੇ ਨਾ ਕਿਤੇ ਸਾਰੇ ਉਸ ਕਿਸਮ ਦੇ ਜਿਹੜੇ ਵੱਡੇ ਮਾਫੀਆ ਉਹ ਇਹਨਾਂ ਤੇ ਕੰਟਰੋਲ ਕਰ ਰਹੇ ਆ, ਇਹਨਾਂ ਨੂੰ ਪ੍ਰਭਾਵਿਤ ਕਰ ਰਹੇ ਆ, ਇਹ ਜੋ ਲੋਕਾਂ ਨੂੰ ਉਮੀਦ ਦਿੰਦੇ ਉਹਦੇ ਤੇ ਪੂਰਾ ਸਿਰ ਨਹੀਂ ਉਤਰੇ। ਇਸੇ ਕਰਕੇ ਤਾਂ ਨਵਜੋਤ ਸਿੱਧੂ ਰੌਲਾ ਰੱਪਾ ਪਾਉਂਦਾ, ਹਰ ਤੀਏ ਦਿਨ ਇੱਟ ਸਿਆਪਾ ਪਾਉਂਦਾ, ਓਏ ਮੈਂ ਤੁਹਾਨੂੰ ਆ ਕਿਹਾ ਸੀ, ਤੁਸੀਂ ਅਜੇ ਵੀ ਨਹੀਂ ਕਰਦੇ, ਫਿਰ ਇਹ ਮੇਰੀ ਕਾਹਦੀ ਸਰਕਾਰ ਆ? ਨਾ ਕੈਪਟਨ ਨੇ ਕੀਤਾ, ਨਾ ਤੁਸੀਂ ਕੀਤਾ। ਇਹ ਤਾਂਹੀਓ ਚਰਚਾ ਬਾਰ-ਬਾਰ, ਤਾਂਹੀਓ ਤਲਖੀ ਬਾਰ-ਬਾਰ ਆਉਂਦੀ ਹੈ ਕਿ ਜਿੱਥੇ ਕੋਈ ਪੈਸਾ ਨਹੀਂ ਲੱਗਣਾ, ਪੈਸਾ ਰਾਦਰ ਸਰਕਾਰ ਨੂੰ ਆਉਣਾ, ਤੁਸੀਂ ਉਹ ਫੈਸਲੇ ਕਿਉਂ ਨਹੀਂ ਲੈਂਦੇ? ਇਹ ਲੋਕ ਦੇਖ ਰਹੇ ਆ, ਦੇਖ ਲੈਣਗੇ। ਚੰਨੀ ਸਾਹਿਬ ਨੂੰ ਇਹ ਸਾਰਾ ਕੁਝ ਧਿਆਨ ਨਾਲ ਸਮਝਣਾ ਚਾਹੀਦਾ ਔਰ ਇਹਨਾਂ ਇਸ਼ੂਜ਼ ਦੇ ਉੱਤੇ ਡੇਰਿੰਗਲੀ ਸਟੈਪ ਲੈਣੇ ਚਾਹੀਦੇ। ਬਿਲਕੁਲ, ਚਰਚਾਵਾਂ ਇਹ ਵੀ ਨੇ, ਲੋਕ ਕਹਿੰਦੇ ਕਿ ਘਰ ਫੂਕ ਕੇ ਤਮਾਸ਼ਾ ਕਿਹੜਾ ਦੇਖੇ, ਤੇ ਜੇ ਮਾਫੀਆ ਤੇ ਕੰਟਰੋਲ ਕਰ ਲਿਆ ਤੇ ਚੋਣਾਂ ਕਿੱਥੋਂ ਲੜਨੀਆਂ? ਘਰੋਂ ਕਿੰਨੇ ਪੈਸੇ ਲਾ ਕੇ ਚੋਣਾਂ ਲੜਨੀਆਂ ਜਿਹਦੇ ਕਰੋੜਾਂ ਰੁਪਇਆ ਖਰਚਾ ਆਉਣਾ, ਲੋਕਾਂ ਨੂੰ ਭਰਮਾਉਣਾ? ਮਸਲਾ ਇਹਨਾਂ ਨੇ ਅਰੂਸਾ ਆਲਮ ਦਾ ਛੇੜ ਲਿਆ, ਉਹਨੂੰ ਲੈ ਕੇ ਵੀ ਕਾਫੀ ਰੌਲਾ ਰੱਪਾ। ਨਵਜੋਤ ਕੌਰ ਸਿੱਧੂ ਕਹਿੰਦੇ ਕਿ ਟੈਚੀ ਜਾਂਦੇ ਸੀ ਉੱਥੇ ਤਾਂ ਕਿਤੇ ਬਦਲੀਆਂ ਹੁੰਦੀਆਂ ਸੀ। ਇਲਜ਼ਾਮਾਂ ਤੱਕ ਸੀਮਤ ਹੈ, ਕਾਰਵਾਈ ਕੋਈ ਕਰਦੇ ਨਹੀਂ। ਜਿਵੇਂ ਮੈਂ ਪਹਿਲਾਂ ਕੱਲ ਵੀ ਕਹਿ ਰਿਹਾ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਹੁਣ ਯੂ ਟਰਨ ਮਾਰ ਗਏ ਨੇ ਇਸ ਮਾਮਲੇ ਦੇ ਵਿੱਚ। ਇਹਨੂੰ ਕਿੱਦਾਂ ਦੇਖਿਆ ਜਾਏ? ਜਿਵੇਂ ਤੁਸੀਂ ਵੀ ਕਹਿ ਰਹੇ ਸੀ ਕਿ ਕੈਪਟਨ ਸਾਹਿਬ ਹੋਰੀ ਜਿਹੜਾ ਉਹ ਕੋਈ ਕੰਮ ਨਹੀਂ ਸੀ ਕਰਦੇ, ਤੇ ਅੱਗੇ ਅਫਸਰਸ਼ਾਹੀ ਕੌਣ ਰੋਕਦਾ ਸੀ? ਅਫਸਰਸ਼ਾਹੀ ਨੂੰ ਕੋਈ ਦੱਸ ਹੀ ਨਹੀਂ ਰਿਹਾ ਇਸ ਮਸਲੇ ਨੂੰ ਲੈ ਕੇ, ਬਸ ਇੱਧਰ ਉੱਧਰੋਂ ਬੋਲ ਕੇ ਬਿਆਨ ਦੇ ਕੇ ਸੀਮਤ ਹੋ ਜਾਂਦੇ ਨੇ, ਲੋਕਾਂ ਲਈ ਮਸਾਲਾ ਬਣ ਜਾਂਦਾ। ਸੁਖਵਿੰਦਰ, ਮੈਨੂੰ ਨਿੱਕੀ ਜੀ ਬੁੱਧਿਸਟ ਸਟੋਰੀ ਯਾਦ ਆ ਰਹੀ ਹੈ ਰੂਸਾ ਬਾਰੇ। ਜਿਹੜੇ ਬੁੱਧਿਸਟ ਜ਼ੈਨ ਮੌਂਕ ਆ, ਉਹ ਕਿਸੇ ਵੀ ਔਰਤ ਦੇ ਨੇੜੇ ਨਹੀਂ ਜਾ ਸਕਦੇ, ਹੱਥ ਤੇ ਕੀ ਲਾਉਣਾ ਉਹਦੇ ਨਾਲ ਮਤਲਬ ਟੱਚ ਨਹੀਂ ਹੋ ਸਕਦੇ। ਇਹ ਉਹਨਾਂ ਦੀਆਂ ਮਤਲਬ ਧਰਮ ਦੀਆਂ ਪਾਬੰਦੀਆਂ। ਇੱਕ ਵਾਰੀ ਉਹ ਕੋਈ ਛੋਟੇ ਜਿਹੇ ਦਰਿਆ ਨੂੰ ਪਾਰ ਕਰ ਰਹੇ ਸੀਗੇ, ਉਹ 'ਚ ਹੜ੍ਹ ਆਇਆ ਸੀ, ਔਰਤ ਰੁੜ ਗਈ, ਰੁੜੀ ਜਾ ਰਹੀ ਸੀ, ਤੇ ਉਹ ਜੈਨ ਜਿਹੜੇ ਮੌਂਕਸ ਉਹ ਪਾਰ ਕਰ ਰਹੇ ਸੀ, ਇੱਕ ਨੇ ਕੀਤਾ ਉਹਨੂੰ ਜੱਫੀ ਪਾ ਕੇ ਚੱਕ ਕੇ ਤੇ ਬਾਹਰ ਰੱਖਤਾ। ਹੁਣ ਜਦੋਂ ਬਾਹਰ ਰੱਖਤਾ ਤੇ ਉਹ ਬਾਕੀ ਮੌਂਕਸ ਨੇ ਸ਼ੌਕਡ ਹੋ ਗਏ ਕਿ ਇਹ ਕੀ ਕੀਤਾ, ਇਹਨੇ ਤੇ ਔਰਤ ਨੂੰ ਹੱਥ ਲਾ ਲਿਆ। ਉਹ ਫਿਰ ਜਾ ਕੇ ਸ਼ਾਮ ਨੂੰ ਉਹਨਾਂ ਨੇ ਗੱਲ ਰੱਖੀ, ਉਹਨੇ ਵਿਚਾਰੇ ਨੇ ਐਕਸਪਲੇਨ ਕੀਤਾ। ਅਗਲੇ ਦਿਨ ਫਿਰ ਸਵੇਰੇ ਜਦੋਂ ਰੋਟੀ ਦਾ ਬ੍ਰੇਕਫਾਸਟ ਦਾ ਵੇਲਾ ਆਇਆ, ਫਿਰ ਉਹਨਾਂ ਨੇ ਗੱਲ ਛੇੜ ਲਈ ਭਈ ਉਹ ਤੇ ਬੜੀ ਮਾੜੀ ਗੱਲ ਕੀਤੀ, ਦੱਸੋ ਤਾਂ ਇਹ ਤੇ ਧਰਮ ਭ੍ਰਿਸ਼ਟ ਹੋ ਗਿਆ, ਉਹਨੂੰ ਤੇ ਫਿਰ ਹੁਣ ਦੁਬਾਰਾ ਜਾ ਕੇ ਨਹਾਉਣਾ ਚਾਹੀਦਾ, ਇਹ ਕਰਨਾ। ਅਗਲੇ ਦਿਨ ਸ਼ਾਮ ਨੂੰ ਫਿਰ ਉਹਨੂੰ ਆਇਆ ਗੁੱਸਾ, ਉਹ ਕਹਿੰਦਾ ਮੈਂ ਤੇ ਉਹਨੂੰ ਚੁੱਕ ਕੇ ਕੰਢੇ ਤੇ ਛੱਡਤਾ, ਤੁਸੀਂ ਅਜੇ ਵੀ ਚੁੱਕੀ ਫਿਰਦੇ ਆ।
ਸਹੀ ਤੇ ਗੱਲ ਹੈ। ਹਟਦੇ ਹੀ ਨਹੀਂ ਉਹ ਗੱਲ ਕਰਨੋਂ। ਇਹ ਅਰੂਸਾ ਵਾਲਾ ਮਾਮਲਾ ਬਿਲਕੁਲ ਇਹੋ ਜਿਹਾ। ਲੋਕ ਗੱਲ ਤੇ ਕਰਦੇ ਆ ਇਸ ਕਰਕੇ ਕਿ ਦੇਖੋ ਜੀ ਮਾੜਾ ਕੰਮ ਹੋਇਆ, ਦੇਸ਼ ਭਗਤੀ ਦੇ ਬੜਾ ਵਿਰੁੱਧ, ਪਾਕਿਸਤਾਨੀ ਆ ਕੇ ਇੰਜ ਬੈਠ ਕੇ ਨਾਲ ਹੀ ਇਹ ਆਪਣੀਆਂ ਚੁਸਕੀਆਂ ਵੀ ਲੈਂਦੇ ਆ ਵੀ ਯਾਰ ਦੇਖੋ ਰਾਜਾ ਤੇ ਆਪਣਾ ਜਿਹੜਾ ਰਜਵਾੜਾ ਪੂਰਾ ਉਹ ਰਜਵਾੜਾ ਸ਼ਾਹੀ ਵਾਲੇ ਕੰਮ ਕਰ ਗਿਆ ਤੇ ਅਸੀਂ ਇੱਥੇ ਬੈਠੇ ਭਗਤ ਜੈਨ ਮੌਂਕ ਵਾਂਗੂ ਬੈਠੇ ਰਹਿ ਗਏ। ਇਸ ਕਿਸਮ ਦੀ ਵੀ ਲੋਕ ਜੈਲਸੀ ਚੋਂ ਬਥੇਰਾ ਕੁਝ ਗੱਲਾਂ ਕਰਦੇ ਆ, ਪਰ ਜੇ ਸੀਰੀਅਸਲੀ ਮਾਮਲੇ ਨੂੰ ਲਿਆ ਜਾਵੇ ਤਾਂ ਇਹ ਗੱਲ ਸਾਫ਼ ਹੋ ਚੁੱਕੀ ਹੈ ਵੰਸ ਫਾਰ ਆਲ। ਮੇਰਾ ਤੇ ਖਿਆਲ ਆਪਾਂ ਨੂੰ ਰੂਸਾਂ ਨੂੰ ਬਾਰ-ਬਾਰ ਡਿਸਕਸ ਨਹੀਂ ਕਰਨਾ ਚਾਹੀਦਾ। ਕਾਰਨ ਹੁਣ ਇਹ ਆ ਕਿ ਰੰਧਾਵੇ ਉਹਨਾਂ ਨੇ ਸਭ ਤੋਂ ਵੱਧ ਸਿੱਧਾ ਹਮਲਾ ਕੀਤਾ ਤੇ ਉਹ ਬੂਮਰੈਂਗ ਹੋ ਗਈ, ਉਹਨਾਂ ਤੇ ਆਪਣੇ ਤੇ ਡਿੱਗ ਪਈ। ਕਾਰਨ ਇਹਦਾ ਇਹ ਹੋਇਆ ਕਿ ਅਸੀਂ ਤੇ ਅਜੀਤ ਡੋਵਾਲ ਦਾ ਰੌਲਾ ਪਾਉਂਦੇ ਸੀ, ਦੇਖੋ ਜੀ ਉਹ ਕਿਸ ਤਰ੍ਹਾਂ ਬੀਜੇਪੀ ਦੀ ਸਰਕਾਰ ਹੋਵੇ ਤੇ ਔਰ ਰੂਸਾ ਜਿਹੜੀ ਉੱਥੇ ਦੀ ਇੱਕ ਜਰਨਲਿਸਟ ਹੋਵੇ, ਉਹ ਵੀ ਡਿਫੈਂਸ ਦੀ ਜਰਨਲਿਸਟ ਹੋਵੇ ਤੇ ਆ ਕੇ ਇੱਥੇ ਕੈਪਟਨ ਦੇ ਘਰ ਬੈਠੇ ਤੇ ਇਹ ਤੇ ਕਦੇ ਉਹ ਕੈਪਟਨ ਇੱਕ ਚੀਫ ਮਿਨਿਸਟਰ ਬਾਰਡਰ ਸਟੇਟ ਦਾ ਚੀਫ ਮਿਨਿਸਟਰ, ਇਹ ਕਿਵੇਂ ਹੋ ਸਕਦਾ? ਇਹੋ ਜਿਹਾ ਸਾਡਾ ਕ੍ਰਿਟਿਸਿਜ਼ਮ ਲਗਾਤਾਰ ਰਿਹਾ। ਉਹ ਜਾ ਕੇ ਕਾਂਗਰਸ ਦੀ ਉੱਪਰ ਵਾਲੀ ਲੀਡਰਸ਼ਿਪ ਨੇ ਕਹਿਤਾ ਉਹ ਗੱਲ ਸੁਣੋ 10 ਸਾਲ ਤੇ ਅਸੀਂ ਵੀ ਉਹਨੂੰ ਅਲਾਉ ਕਰਦੇ ਰਹੇ ਹਾਂ। ਉਹ ਤੇ ਜੇ ਕੈਪਟਨ ਨੇ ਵੀ ਕਹਿਤਾ ਉਹ ਤੇ 16 ਸਾਲਾਂ ਦੀ ਮੇਰੇ ਕੋਲ ਆਉਂਦੀ ਜਾਂਦੀ ਹੈ ਤੇ ਤੁਹਾਨੂੰ ਅੱਜ ਚੇਤਾ ਆਇਆ। ਹੁਣ ਇਹਨਾਂ ਨੂੰ ਪੈ ਗਈ ਹੱਥਾਂ ਪੈਰਾਂ ਦੀ, ਫਿਰ ਕੀ ਕਰੀਏ? ਉਹ ਇਹਨਾਂ ਨੇ ਗੱਲ ਸਾਰੀ ਆਈ ਗਈ ਕਰਤੀ। ਮੈਨੂੰ ਲੱਗਦਾ ਜਿਹੜਾ ਰੂਸਾ ਆਲਮ ਦਾ ਜਿਹੜਾ ਮੁੱਦਾ ਆ ਉਹ ਮੁੱਦਾ ਕੋਈ ਹੈ ਨਹੀਂ, ਉਹ ਕਿਸੇ ਦੇ ਨਿੱਜੀ ਇਹੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਮੁੱਦਿਆਂ ਦੀ ਗੱਲ ਕਰਦੇ ਨੇ ਉਹ ਤੋਂ ਹਟ ਕੇ ਚੰਨੀ ਸਰਕਾਰ ਅਰੂਸਾ ਆਲਮ ਜਾਂ ਹੋਰ ਨਿੱਕੇ ਮੋਟੇ ਮੁੱਦਿਆਂ ਦੇ ਉੱਤੇ ਆਪੋ ਆਪਣਾ ਬਚਾਅ ਕਰਦੀ ਨਜ਼ਰ ਆ ਰਹੀ ਹੈ। ਕੋਈ ਹੁਣ ਇਹ ਨਹੀਂ ਕਹਿੰਦਾ ਕਿ ਅਸੀਂ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਇਹਨਾਂ ਦੀ ਆਪਣੀ ਬੋਲੀ ਕਿ ਬਾਦਲਾਂ ਨੂੰ ਏਦਾਂ ਟੰਗ ਦੇਣਾ, ਏਦਾਂ ਮਜੀਠੀਏ ਨੂੰ ਟੰਗ ਦੇਣਾ, ਆਹ ਬੰਦਾ ਉਂਗਲ ਕਰ ਕਰਕੇ ਉੱਥੇ ਵਿਧਾਨ ਸਭਾ 'ਚ ਰੌਲੇ ਪਾਉਣੇ। ਹੁਣ ਹਰ ਕੋਈ ਆਪੋ ਆਪਣੀ ਜਿਹੜੀ ਆ ਉਹ ਕਦੇ ਉਹ ਕਿਸੇ ਦੇ ਗੱਲ ਤੇ ਕਿਸੇ ਸਿਰ ਟੋਪੀ ਪਾ ਦਿੰਦਾ, ਕਿਸੇ ਸਿਰ ਟੋਪੀ ਪਾ ਦਿੰਦਾ, ਤੂੰ ਸਾਂਭ ਮੇਰੇ ਤੋਂ ਨਹੀਂ ਸਾਂਭਿਆ ਜਾਣਾ। ਨਵਜੋਤ ਸਿੰਘ ਸਿੱਧੂ ਜਿਹੜੇ ਮੁੱਦੇ ਉਭਾਰਦਾ ਉਹਦੇ ਤੇ ਸਾਰੇ ਚੁੱਪ ਬੈਠੇ ਨੇ। ਦੇਖੋ ਮੇਰਾ ਖਿਆਲ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਰਦਾ ਉਹ ਤੇ ਗੱਲਾਂ ਤੇ ਠੀਕ ਹੈ, ਪਰ ਨਵਜੋਤ ਸਿੰਘ ਸਿੱਧੂ ਨੂੰ ਸੱਚ ਬੋਲਣਾ ਕਾਫੀ ਨਹੀਂ ਆਪਣੇ ਆਪ 'ਚ ਹੁੰਦਾ। ਸੱਚ ਨੂੰ ਧਰਾਤਲ ਤੇ ਉਤਾਰ ਦੇਣਾ ਉਹ ਉਹਦੇ ਨਾਲੋਂ ਜ਼ਿਆਦਾ ਕਠਿਨ ਆ, ਉਹ ਜ਼ਿਆਦਾ ਸੱਚ ਹੈਗਾ, ਉਹ ਜ਼ਿਆਦਾ ਵੱਡੀ ਮਹੱਤਤਾ ਰੱਖਦਾ ਇੱਕ ਕ੍ਰਿਸ਼ਮਾ ਹੈਗਾ। ਸਾਨੂੰ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕਹਾਂਗੇ ਕਿ ਜਿੱਥੋਂ ਤੱਕ ਮੁੱਦਿਆਂ ਦੀ ਗੱਲ ਉਹ ਤੇ ਠੀਕ ਹੈ, ਤੁਸੀਂ ਬਿਲਕੁਲ ਠੀਕ ਹੈ, ਪਰ ਇਹੋ ਜਿਹੀ ਕੋਈ ਕਲਟੀ ਮਾਰੋ ਨਾ, ਇਹੋ ਜਿਹਾ ਕੋਈ ਦਾ ਪੇਚ ਲਾਓ ਕਿ ਇਹਨਾਂ ਨੂੰ ਫਸਾ ਕੇ ਇਹਨਾਂ ਕੋਲ ਕਰਵਾਓ ਦਸਤਖਤ। ਕੱਲਾ ਰੌਲਾ ਪਾਉਣ ਨਾਲ ਨਹੀਂ ਨਾ ਹੋਣਾ। ਤੁਸੀਂ ਪਾਰਟੀ ਦੇ ਵਿੱਚ ਡਟ ਕੇ ਆਪਣੀ ਮੈਜੋਰਿਟੀ ਬਣਾਓ, ਬੰਦੇ ਆਪਣੇ ਨਾਲ ਖੜੇ ਕਰੋ, ਇਹੋ ਜਿਹੀ ਘੇਰਾਬੰਦੀ ਕਰੋ ਸਰਕਾਰ ਦੀ, ਮੈਂ ਕਹਿੰਦਾ ਆਪਣੀ ਹੀ ਪਾਰਟੀ ਵੱਲੋਂ, ਕਿ ਉਹ ਹਿੱਲਣ ਜੋਗੀ ਰਹੇ ਨਾ। ਇਹ ਤਰੀਕੇ ਹੁੰਦੇ ਆ ਰਾਜਨੀਤੀ ਦੇ ਵਿੱਚ ਕੰਮ ਕਰਨ ਦੇ। ਜੇ ਅਸੀਂ ਬਿਲਕੁਲ ਆਪਣੇ ਦਫ਼ਤਰਾਂ ਤੋਂ ਜਾਂ ਟਵਿੱਟਰ ਵਾਰ ਦੇ ਵਿੱਚ ਹੀ ਤੱਕ ਸੀਮਿਤ ਰਹਾਂਗੇ ਜਾਂ ਆਪਣੇ ਉਸ ਤਰੀਕੇ ਨਾਲ ਕਰਾਂਗੇ, ਨਾਲ ਪਾਰਟੀ ਤੇ ਜਨਰਲ ਸਪੋਰਟ ਲੈ ਕੇ ਇੱਕ ਆਪਣੀ ਸ਼ਕਤੀ ਪ੍ਰਦਰਸ਼ਨ ਨਹੀਂ ਕਰਾਂਗੇ, ਤਾਂ ਫਿਰ ਗੱਲਾਂ ਗੱਲਾਂ 'ਚ ਹੀ ਰਹਿ ਜਾਣਗੀਆਂ। ਲੋਕ ਵੀ ਕਨਫਿਊਜ਼ ਹੀ ਰਹਿਣਗੇ ਵੀ ਕੌਣ ਸੱਚਾ ਸੀ ਕੌਣ ਝੂਠਾ ਸੀ। ਇਹ ਠੀਕ ਹੁੰਦਾ ਹੋਇਆ ਵੀ ਗਲਤ ਹੋ ਗਿਆ ਉਹਨਾਂ ਦੇ ਤੇ ਫਿਰ ਵੀ ਥੋੜਾ ਕੁਝ ਚੰਨੀ ਉਹਨਾਂ ਨੇ ਤੇ ਕਰੇ ਹੀ ਦਿੱਤਾ। ਇਸ ਕਿਸਮ ਦੀਆਂ ਚਰਚਾ ਐਵੇਂ ਬਣੀਆਂ ਰਹਿਣਗੀਆਂ। ਅਸਲੀਅਤ ਇਹ ਹੈ ਕਿ ਇਹਨਾਂ ਨੂੰ ਮਿਲ ਕੇ ਆਪੋ ਆਪਣੀ ਕਲਾਕਾਰੀ ਦਿਖਾਉਣੀ ਚਾਹੀਦੀ ਹੈ। ਚੰਨੀ ਸਾਹਿਬ ਇਹ ਸਮਝ ਲੈਣ ਕਿ ਜੇ ਉਹਨਾਂ ਨੇ ਦੁਬਾਰਾ ਆਉਣਾ, ਉਹਨਾਂ ਦੀ ਪਾਰਟੀ ਨੇ ਦੁਬਾਰਾ ਆਉਣਾ ਸੱਤਾ ਦੇ ਵਿੱਚ ਜਾਂ ਸੱਤਾ ਦੇ ਨੇੜੇ ਤੇੜੇ ਪਹੁੰਚਣਾ, ਸੱਤਾ 'ਚ ਆਉਣਾ ਤੇ ਬਹੁਤ ਮੁਸ਼ਕਲ ਆ, ਬਹੁਤ ਦੂਰ ਆ। ਜੇ ਨੇੜੇ ਤੇੜੇ ਵੀ ਆਉਣਾ ਤੇ ਕੁਝ ਸੋਲਿਡ ਸਟੈਪ ਲੈ ਲੈਣ ਤਾਂ ਕਿ ਲੋਕਾਂ ਨੂੰ ਲੱਗੇ ਕਿ ਹਾਂ ਇਹਨਾਂ ਦਾ ਇਰਾਦਾ ਪਹਿਲਿਆਂ ਨਾਲੋਂ ਫਰਕ ਪੈ ਗਿਆ, ਇਹ ਬਿਲਕੁਲ ਅਲੱਗ ਕਿਸਮ ਦੇ ਲੋਕ ਆ। ਨਹੀਂ ਤੇ ਜਿਹੜਾ ਨਵਜੋਤ ਸਿੰਘ ਸਿੱਧੂ ਬਾਰ-ਬਾਰ ਆਪਣਾ ਇਹਨਾਂ ਨੂੰ ਚੁਣੌਤੀ ਕਰਦੇ ਆ, ਬਾਰ-ਬਾਰ ਏਜੰਡੇ ਰੱਖਦੇ ਆ ਲੋਕਾਂ ਦੇ ਮਨ ਵਿੱਚ, ਉਹ ਜ਼ਿਆਦਾ ਭਾਰੂ ਰਹੂਗਾ। ਕਿਉਂਕਿ ਉਹਨਾਂ ਨੇ ਖੁਦ ਆਪਣੀ ਮਿਨਿਸਟਰੀ ਤੋਂ ਵੀ ਇਸੇ ਕਰਕੇ ਹੱਥ ਧੋਏ। ਹੁਣ ਉਹ ਇੰਨੇ ਸਟਰਗਲ ਤੋਂ ਬਾਅਦ ਇੱਕ ਉੱਥੇ ਪਹੁੰਚੇ ਜਿੱਥੇ ਉਹ ਕੁਝ ਉਮੀਦ ਰੱਖਦੇ ਆ, ਤੇ ਕੁਦਰਤੀ ਹੈ ਕਿ ਫਿਰ ਲੋਕ ਇਹ ਕਹਿਣਗੇ ਕਿ ਜੇ ਨਵਜੋਤ ਸਿੰਘ ਸਿੱਧੂ ਦੀ ਨਹੀਂ ਸੁਣਦੇ, ਜਿਹੜਾ ਉਹਨਾਂ ਦਾ ਆਪਣਾ ਪ੍ਰਧਾਨ ਆ, ਤਾਂ ਫਿਰ ਬਾਕੀ ਜਨਤਾ ਦਾ, ਆਮ ਵੋਟਰ ਦਾ ਇਹਨਾਂ ਨੇ ਕੀ ਸੁਣਨਾ। ਇਹ ਮੈਸੇਜ ਜਾਊਗਾ। ਬਾਕੀ ਇਹ ਆਪਣਾ ਫੈਸਲਾ ਆਪ ਕਰਨ। ਰਾਜਨੀਤਿਕ ਲੋਕ ਆ, ਤੁਹਾਨੂੰ ਪਤਾ ਬਥੇਰੇ ਜਾਣੀ ਜਾਣ ਹੁੰਦੇ ਆ। ਆਖਰੀ ਸਵਾਲ ਹੈ ਪ੍ਰੋਫੈਸਰ ਸਾਹਿਬ ਕਿ ਕਹਿੰਦੇ ਕੇਂਦਰ ਸਰਕਾਰ ਚਰਚਾਵਾਂ ਜਿਹੀਆਂ ਖਬਰਾਂ 'ਚ ਇੱਧਰ ਉੱਧਰ ਫੈਲ ਰਹੀਆਂ ਨੇ ਕਿ ਜਿਹੜਾ ਕਿਸਾਨਾਂ ਨੂੰ ਸਾਲ ਦੇ ਵਿੱਚ 6000 ਰੁਪਇਆ ਉਹਨਾਂ ਨੂੰ ਦਿੰਦੇ ਸੀ, 4 ਮਹੀਨਿਆਂ ਬਾਅਦ 2-2000 ਕਰਕੇ, ਤੇ ਉਹ ਹੁਣ 12000 ਕਰ ਦੇਣਾ ਸਾਲਾਨਾ। ਕੀ ਇਹ ਕਿਤੇ ਇਹ ਤਾਂ ਨਹੀਂ ਕਿ ਕਿਸਾਨਾਂ ਨੂੰ ਲੋਲੀਪੌਪ ਦੇਣ ਦੀ ਤਿਆਰੀ ਹੈ? ਕਿਉਂਕਿ ਅੱਗੇ ਦੀਵਾਲੀ ਆ ਰਹੀ ਹੈ, ਕਦੇ ਖਬਰ ਬਾਹਰ ਕਢਾ ਦਿੰਦੇ ਨੇ ਕਿ ਜੀ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਹੋ ਰਿਹਾ ਕਿਸੇ ਨਾ ਕਿਸੇ ਤਣ ਪੱਤਰ, ਐਤਕੀ ਦੀਵਾਲੀ ਤੇ ਤੋਹਫਾ ਦੇ ਦੇਣਾ। ਹੁਣ ਕਹਿ ਰਹੇ ਨੇ ਕਿ ਅਸੀਂ
6 ਦਾ 12,000 ਕਰ ਦੇਣਾ, 4-4,000 ਲਾ ਲਓ। ਤੁਸੀਂ ਯੂਪੀ 'ਚ ਨਹੀਂ ਸੁਣਿਆ ਕਿ ਪ੍ਰਿਯੰਕਾ ਨੇ ਸ਼ਾਇਦ ਅਨਾਉਂਸ ਕੀਤਾ ਕਿ ਅਸੀਂ ਸਕੂਟੀਆਂ ਦੇਣੀਆਂ ਬੱਚਿਆਂ ਨੂੰ, ਜਿਹੜੇ ਕਾਲਜਾਂ 'ਚ ਜਾਂਦੇ ਜਿਨ੍ਹਾਂ ਨੇ, ਹਨਾ, ਤੇ ਦੂਜਿਆਂ ਨੂੰ ਅਸੀਂ ਫੋਨ ਦੇਣੇ, ਜਿਸ ਤਰ੍ਹਾਂ ਇੱਥੇ ਕੈਪਟਨ ਨੇ ਫੋਨ ਦਿੱਤੇ ਆ। ਅੱਜ ਉਹਨਾਂ ਦਾ ਇਹ ਵੀ ਅਨਾਉਂਸਮੈਂਟ ਆ ਗਈ ਆ ਕਿ ਅਸੀਂ 20 ਲੱਖ ਨੌਕਰੀਆਂ ਦੇਣੀਆਂ। ਬਹੁਤ ਵੱਡੀ ਗੱਲ ਆ 20 ਲੱਖ ਨੌਕਰੀਆਂ। ਹੁਣ ਇਹ ਸਾਰੇ ਜਿਹੜੇ ਵਾਅਦੇ ਏਡੇ ਵੱਡੇ ਹੈਗੇ ਆ, ਇਸ ਕਿਸਮ ਦੇ, ਉਹ ਤੁਸੀਂ ਤਾਂ ਕਰੋ ਕਿ ਜੇ ਤੁਸੀਂ, ਤੁਹਾਡੇ ਕੁਝ ਅੱਲੇ ਪੱਲੇ ਹੈਗਾ, ਜਿਹੜਾ ਸਰਕਾਰ ਦਾ ਪੈਸਾ, ਇਹ ਮੈਨੂੰ ਲੱਗਦਾ ਕਿ ਇੱਕ ਕਿਸਮ ਦਾ ਸਰਕਾਰੀ ਪੈਸੇ ਨਾਲ ਵੋਟਾਂ ਖਰੀਦਣ ਵਾਲੀ ਗੱਲ ਹੈ। ਆਪਣੀ ਵੱਲੋਂ ਪਾਰਟੀ ਦੇਵੇ ਤੇ ਦੇਵੇ, ਤੁਸੀਂ ਸਕੂਟੀ ਸਾਡੀ ਵੱਲੋਂ ਭਾਵੇਂ ਜਹਾਜ਼ ਲੈ ਕੇ ਦੇ ਦਿਓ ਕਿਸੇ ਨੂੰ ਕੀ ਤਕਲੀਫ ਆ। ਤੁਸੀਂ ਮਤਲਬ ਜਿੱਤ ਪਾਰਟੀ ਨੇ ਕਰਨੀ, ਰਾਜ ਤੁਹਾਡੀ ਪਾਰਟੀ ਨੇ ਕਰਨਾ, ਖਰਚਾ ਤੁਸੀਂ ਸਰਕਾਰ ਦੇ ਖਜ਼ਾਨੇ ਚੋਂ ਕਰਨਾ। ਇਹ ਕਿਹੜਾ ਕੰਮ ਫੜਿਆ ਸਾਡੇ ਪੋਲੀਟੀਸ਼ੀਅਨ ਨੇ? ਇਹੋ ਹੀ ਕੰਮ ਮੋਦੀ ਦਾ ਹੈ। ਪਹਿਲਾਂ 6,000 ਦਿੱਤਾ ਭਰਮਾਉਣ ਲਈ, ਹੁਣ ਉਹਨਾਂ ਨੂੰ ਲੱਗਾ ਕਿ ਲੋਕ ਅੱਗੇ ਨੂੰ ਵਿਗੜੇ ਹੋਏ ਆ, ਫਾਰਮਰ ਥੋੜੇ ਜਿਹੇ, ਕਿਉਂਕਿ ਇੱਕ ਤੇ ਪੈਟਰੋਲ ਤੁਹਾਨੂੰ ਪਤਾ ਅੱਜ ਦਿੱਲੀ 'ਚ ਕਿੰਨੇ ਦਾ ਹੋ ਗਿਆ, 107 ਰੁਪਏ ਤੋਂ ਪਰ ਲੀਟਰ ਤੋਂ ਉੱਪਰ ਹੋ ਗਿਆ। ਪਿਛਲੇ 18 ਮਹੀਨਿਆਂ 'ਚ ਪੈਟਰੋਲ 36 ਰੁਪਏ ਪਰ ਲੀਟਰ ਵੱਧ ਗਿਆ, 36 ਰੁਪਏ ਪਰ ਲੀਟਰ 18 ਮਹੀਨਿਆਂ 'ਚ, 1.5 ਸਾਲ 'ਚ, ਤੇ ਡੀਜ਼ਲ 27 ਰੁਪਏ ਪਰ ਲੀਟਰ ਵੱਧ ਗਿਆ। ਅੱਗ ਲੱਗੀ ਪਈ ਹੈ। ਹੁਣ ਉਹ ਕਹਿੰਦੇ ਵੀ ਲੋਕਾਂ ਕੋਲ ਬਚਿਆ ਕੁਛ ਨਹੀਂ, ਲੋਕਾਂ ਨੂੰ ਜੀਂਦੇ ਰੱਖਣਾ। ਜੇ ਵੋਟਰ ਹੀ ਮਰ ਗਏ ਭੁੱਖੇ ਤੇ ਫਿਰ ਵੋਟ ਲੈਣੀ ਕਿੱਥੋਂ ਆ? ਉਹਨਾਂ ਨੂੰ ਲੱਗਦਾ ਇਹ ਆ ਕਿ 6,000 ਨਾਲ ਨਹੀਂ ਬਚਣੇ ਤੇ 6,000 ਹੋਰ ਵਧਾ ਦਿਓ। ਤੇ ਮੋਦੀ ਦੇ ਕਿਹੜੇ ਹਾਲ ਚੱਲਦੇ ਆ, ਸਰਕਾਰੀ ਖਜ਼ਾਨੇ 'ਚੋਂ ਦੇਣੇ ਆ, ਕਿਸੇ ਤੋਂ ਇਧਰੋਂ ਸੱਜਿਓਂ ਖੱਬਿਓਂ ਕਰਕੇ ਫੜਾ ਦੇਣਗੇ। ਤੇ ਉਹ ਸਿਰਫ ਤੇ ਸਿਰਫ ਵੋਟਾਂ ਖਰੀਦਣ ਲਈ ਦਾਣੇ ਪਾਏ ਜਾ ਰਹੇ ਆ। ਇਹਦੇ ਨਾਲ 1,000, 2,000, 4,000 ਦੇ ਨਾਲ ਕਿਸਾਨੀ ਬਚਣੀ ਨਹੀਂ। ਜੇ ਕਿਸਾਨੀ ਨੂੰ ਬਚਾਉਣਾ ਤਾਂ ਉਹ ਤਿੰਨੇ ਕਾਨੂੰਨ ਵਾਪਸ ਲਓ, MSP ਸਾਰਿਆਂ ਨੂੰ ਦਿਓ ਤੇ ਇਨਪੁਟਸ ਸਬਸਿਡਾਈਜ਼ ਰੱਖੋ ਤੇ ਸਾਰੀ ਉਹਨਾਂ ਦੀ ਪ੍ਰੋਡਿਊਸ ਨੂੰ ਖਰੀਦੋ, ਨਾ ਕਿ ਮਾਰਕੀਟ 'ਚ ਸੁੱਟੋਗੇ ਫਲਾਨਾ ਖਰੀਦੇ, ਅਡਾਨੀ ਖਰੀਦੇ, ਅਬਾਨੀ ਖਰੀਦੇ। ਇਹ ਕੰਮ ਨਹੀਂ ਚੱਲਣਾ। ਔਰ ਉਹਨਾਂ ਦੇ ਕੋਆਪਰੇਟਿਵਸ ਬਣਾਓ। ਇਹ ਕੰਮ ਆ ਪੋਜ਼ਿਟਿਵ ਕੰਮ। ਉਹ ਕਦੀ ਨਹੀਂ ਕਰਨਗੇ, ਕਿਉਂਕਿ ਅਸਲੀ ਇਹਨਾਂ ਦੇ ਪਿੱਛੇ ਜਿਹੜੀ ਇਹਨਾਂ ਦੀ ਸਕੀਮ ਹੈਗੀ ਆ, ਬਹੁਤ ਵੱਡੀ ਸਾਜ਼ਿਸ਼ ਹੈਗੀ ਆ। ਉਹ ਕਿਸਾਨਾਂ ਨੂੰ ਉਜਾੜ ਕੇ ਕੌਡੀਆਂ ਦੇ ਭਾਅ ਉਹਨਾਂ ਦੀ ਜ਼ਮੀਨਾਂ ਦੇ ਉੱਤੇ ਆਖਿਆ ਤੇ ਉਹ ਖਰੀਦਣੇ, ਉਹ ਆਪਣੇ ਨਾਂ ਤੇ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੇ। ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ ਵੀ, ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਕਿ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਹੁਣ ਕੇਂਦਰ ਸਰਕਾਰ ਕੀ ਕਰਨ ਜਾ ਰਹੀ ਹੈ, ਇਹ ਤਾਂ ਮਤਲਬ ਕਿ ਦਿਨ ਬ ਦਿਨ ਕਲੀਅਰ ਹੁੰਦਾ ਜਾ ਰਿਹਾ ਹੈ ਕਿ ਸਾਹਮਣੇ ਕੀ ਨਿਕਲਦਾ, ਨਤੀਜੇ ਕੀ ਹੁੰਦੇ ਨੇ, ਅਖਬਾਰਾਂ ਦੇ ਵਿੱਚ ਚਰਚਾ ਕੀ ਹੁੰਦੀ ਆ। ਖੇਤੀ ਕਾਨੂੰਨਾਂ ਦਾ ਮਸਲਾ ਦੀਵਾਲੀ ਤੋਂ ਪਹਿਲਾਂ ਹੱਲ ਹੁੰਦਾ ਜਾਂ ਦੀਵਾਲੀ ਤੋਂ ਬਾਅਦ ਹੱਲ ਹੁੰਦਾ, ਪਰ ਕਿਸਾਨ ਆਪਣੀਆਂ ਫਸਲਾਂ ਨੂੰ ਅੱਗ ਲਾ ਰਹੇ ਨੇ। ਬੇहद ਅਫਸੋਸਜਨਕ ਹੈ। ਸਰਕਾਰ ਕਦੋਂ ਹੱਲ ਕੱਢਦੀ ਹੈ, ਤੁਹਾਡੀ ਸਾਡੀ ਸਭ ਦੀ ਨਜ਼ਰ ਬਣੀ ਹੋਈ ਹੈ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।